So, my dear friends and my dear gods, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ। I hope ਕੱਲ ਜਿਹੜੀ ਅਸੀਂ ਇੱਕ ਯਾਤਰਾ ਸ਼ੁਰੂ ਕੀਤੀ ਸੀ, ਇੱਕ ਹੋਰ ਨਵੀਂ ਕੀ ਸੀ, ਇੱਕ ਫਾਰਮੂਲਾ ਸਿੱਖ ਰਹੇ ਸੀ। ਫਾਰਮੂਲੇ ਦੇ ਕੁਝ ਪਾਰਟ ਦੇ ਉੱਤੇ ਅਸੀਂ ਕੰਮ ਕਰ ਲਿਆ ਸੀ, ਬਾਕੀ ਦੇ ਉੱਤੇ ਅਸੀਂ ਅੱਜ ਕੰਮ ਕਰਨ ਵਾਲੇ ਹਾਂ। ਫਾਰਮੂਲਾ ਅਗਰ ਕਿਸੇ ਚੀਜ਼ ਦਾ ਸਾਡੇ ਕੋਲ ਹੋ ਜਾਂਦਾ ਹੈ ਤੇ ਸਾਡੇ ਲਈ ਆਸਾਨ ਹੋ ਜਾਂਦਾ ਹੈ। ਮੰਨ ਲਓ ਕਿ ਅਗਰ ਮੈਥ ਦਾ ਹੀ ਹੈ ਕੋਈ ਫਾਰਮੂਲਾ ਸਾਨੂੰ ਪਤਾ ਹੈ ਤੇ ਉਹ ਅਗਰ ਇੱਕ ਫਾਰਮੂਲਾ ਆ ਗਿਆ ਤਾਂ ਉਸ ਫਾਰਮੂਲੇ ਦੇ ਨਾਲ ਅਸੀਂ ਉਸ ਨਾਲ ਰਿਲੇਟਡ ਵੱਡੇ ਤੋਂ ਵੱਡੇ ਜਿਸ ਤਰ੍ਹਾਂ ਦਾ ਮਰਜ਼ੀ ਸਮ ਸਾਡੇ ਕੋਲ ਆ ਜਾਏ ਅਸੀਂ ਉਹ ਆਰਾਮ ਦੇ ਨਾਲ ਹੱਲ ਕਰ ਲੈਣੇ, ਕਿਉਂਕਿ ਸਾਨੂੰ ਫਾਰਮੂਲਾ ਸਾਡੇ ਕੋਲ ਪਤਾ ਹੁੰਦਾ ਹੈ। ਸੇਮ ਇਸ ਤਰ੍ਹਾਂ ਹੀ ਹੁਣ ਸਾਡੇ ਕੋਲ ਫਾਰਮੂਲਾ ਅਸੀਂ ਰੈਡੀ ਕਰ ਰਹੇ ਹਾਂ, ਔਰ ਜਦੋਂ ਉਸ ਫਾਰਮੂਲੇ ਦੇ ਨਾਲ ਅਸੀਂ ਆਪਣੀ ਜੀਵਨ ਦੀ ਯਾਤਰਾ ਸ਼ੁਰੂ ਕਰਾਂਗੇ ਤੇ ਪਰਮਾਤਮਾ ਦੇ ਵਿਚਾਰ ਔਰ ਸਾਡੇ ਵਿਚਾਰ ਆਟੋਮੈਟਿਕਲੀ ਇੱਕ ਹੋ ਜਾਣਗੇ, ਔਰ ਸਾਡੇ ਲਈ ਇਹ ਜਿਹੜੀ ਯਾਤਰਾ ਹੈ, ਜੀਵਨ ਦੀ ਜਿਹੜੀ ਯਾਤਰਾ ਹੈ, ਈਜ਼ੀ ਔਰ ਖੂਬਸੂਰਤ ਵੀ ਹੋ ਜਾਏਗੀ। ਈਜ਼ੀ ਵੀ ਹੋਏਗੀ ਔਰ ਬਹੁਤ ਖੂਬਸੂਰਤ ਵੀ ਹੋ ਜਾਏਗੀ। तो इससे ਨਾਲ ਰਿਲੇਟਡ ਹੁਣ ਜਿਹੜਾ ਅਗਲਾ ਆਇਆ ਸੀ ਕੱਲ, ਜਿਸ ਤਰ੍ਹਾਂ ਅਸੀਂ ਕੀਤਾ ਕਿ God and I claim and accept thoughts with forgiveness and thanks, ਆਮੀਨ। ਤੇ ਅਸੀਂ God ਨੂੰ ਕਰ ਲਿਆ, I ਫਿਰ claim and accept, then ਅਸੀਂ ਥਾਟਸ ਤੱਕਨ ਗੱਲ ਕਰ ਲਈ ਸੀਗੀ ਕਿ ਆਪਣੇ ਵਿਚਾਰ ਜਿਹੜੇ ਨੇ, ਜਿਹੜੇ ਮੇਰੇ ਵਿਚਾਰ ਉਸ ਅਕਾਲ ਪੁਰਖ ਦੇ ਵਿਚਾਰ ਦੇ ਨਾਲੋਂ, ਮੇਰੇ ਹਾਇਰ ਸੈਲਫ ਦੇ ਵਿਚਾਰ ਦੇ ਨਾਲੋਂ ਜਿਹੜੇ ਅਲੱਗ ਹੋ ਗਏ ਨੇ, ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਠੀਕ ਕਰਨਾ ਹੈ। ਔਰ ਅਸੀਂ ਜਿਹੜਾ ਫਾਰਮੂਲੇ ਦੇ ਵਿੱਚ ਫੋਰ ਐਗਜ਼ਾਮਪਲ ਅਸੀਂ ਜਿਹੜੀ ਚੀਜ਼ ਲਈ ਸੀ ਉਹ ਸੀਗੀ ਸੈਲਫ ਅਸੈਪਟੈਂਸ, ਆਪਣੇ ਆਪ ਨੂੰ ਸਵੀਕਾਰ ਕਰਨਾ। ਮੈਂ ਜਿਸ ਤਰ੍ਹਾਂ ਦੀ ਵੀ ਹਾਂ, ਅਗਰ ਮੈਨੂੰ ਲੱਗਦਾ ਕਿ ਮੈਂ ਬਦਸੂਰਤ ਹਾਂ ਔਰ ਖੂਬਸੂਰਤ ਨਹੀਂ ਦਿਖਦੀ, ਮੇਰੇ 'ਚ ਕੌਨਫੀਡੈਂਸ ਨਹੀਂ ਹੈ, ਤੇ ਮੈਂ ਉਹਦੀ ਜਗ੍ਹਾ ਦੇ ਉੱਤੇ ਇੱਕ ਨਵਾਂ ਵਿਚਾਰ ਲੈ ਕੇ ਆਉਣਾ, ਨੋ ਆਈ ਐਮ ਪਰਫੈਕਟ, ਆਈ ਐਮ ਬਿਊਟੀਫੁਲ। तो थॉट ਦੇ ਵਿੱਚ ਥਾਟ ਦੀ ਜਗ੍ਹਾ ਤੇ ਅਸੀਂ ਨਵਾਂ ਥਾਟ ਪਾ ਦੇਣਾ, ਔਰ ਆਪਣੇ ਜਿਹੜੇ ਪੁਰਾਣੇ ਜਿੰਨੇ ਵੀ ਥਾਟ ਨੇ ਉਹਨਾਂ ਸਭ ਨੂੰ ਅਸੀਂ ਰਿਲੀਜ਼ ਔਰ ਹੀਲ ਕਰ ਦੇਣਾ ਹੈ। ਅੱਜ ਜਿਹੜਾ ਪੰਜਵਾਂ ਅਸੀਂ ਜਿਹਦੇ ਤੇ ਗੱਲ ਕਰਨੀ ਹੈ ਉਹ ਹੈ ਫॉरगिवनेस। ਫॉरगिवनेस ਦੇ ਉੱਤੇ ਅਸੀਂ ਕਾਫੀ ਡਿਟੇਲ 'ਚ ਗੱਲ ਕਰਕੇ ਵੀ ਆਏ ਹਾਂ, ਔਰ ਅਸੀਂ ਇਹਦੇ ਤੇ ਇੱਕ ਪ੍ਰੈਕਟਿਸ ਵੀ ਖੂਬ ਕੀਤੀ ਹੋਏਗੀ, ਕਿਉਂਕਿ ਫॉरगिवनेस ਤੋਂ ਬਿਨਾਂ ਤਾਂ ਆਪਣੇ ਮਨ ਦੇ ਜਿਹੜੀਆਂ ਮਨ ਦੇ ਅੰਦਰ ਜਿਹੜੇ ਗ੍ਰਜਿਸ ਜਾਂ ਜੋ ਹਰਟ ਜਾਂ ਦੁੱਖ ਜਾਂ ਜੋ ਵੀ ਨੈਗੇਟਿਵ ਫੀਲਿੰਗਸ ਨੇ, ਉਹ ਇਸ ਤੋਂ ਬਿਨਾਂ ਤਾਂ ਠੀਕ ਹੋ ਹੀ ਨਹੀਂ ਸਕਦੀਆਂ। ਪਹਿਲਾ ਸਟੈਪ ਹੈ ਕਿ ਅਸੀਂ ਉਹਨਾਂ ਨੂੰ ਤੁਰੰਤ ਮਾਫ ਕਰ ਦਈਏ ਔਰ ਉਸ ਫੀਲਿੰਗ ਤੋਂ ਬਾਹਰ ਆ ਜਾਈਏ। ਔਰ ਅਸੀਂ ਫॉरगिवनेस ਦਾ ਇੱਕ ਬੜਾ ਹੀ ਖੂਬਸੂਰਤ ਅਰਥ ਵੀ ਉਹਦੇ 'ਚ ਸਮਝਿਆ ਸੀਗਾ ਕਿ ਮਾਫੀ ਦੇਣੀ ਨਹੀਂ ਹੈ, ਅਸੀਂ ਪਿਆਰ ਦੇ ਨਾਲ ਬਣੇ ਹੋਏ ਹਾਂ, ਔਰ forgive ਅਸੀਂ ਬਣੇ ਕਿਹਦੇ ਲਈ ਹਾਂ? ਦੇਣ ਵਾਸਤੇ ਹੀ ਬਣੇ ਹੋਏ ਹਾਂ। ਔਰ ਦੇਣਾ ਕੀ ਹੈ? ਜੋ ਮੇਰੇ ਕੋਲ ਹੋਏਗਾ ਉਹੀ ਦੇਵਾਂਗੇ। ਔਰ ਮੇਰੇ ਕੋਲ ਕੀ ਹੈ? ਮੇਰੇ ਕੋਲ ਤਾਂ ਸਿਰਫ ਪ੍ਰੇਮ ਹੈ, ਕਿਉਂਕਿ ਪ੍ਰੇਮ ਦੇ ਨਾਲ ਹੀ ਮੈਂ ਬਣੀ ਹੋਈ ਹਾਂ, ਮੇਰੀ ਬਣਤਰ ਹੀ ਪ੍ਰੇਮ ਦੇ ਨਾਲ ਹੈ। ਬਣਤਰ ਅਸੀਂ ਸਾਰੇ ਸਮਝਦੇ ਹੀ ਹਾਂ। ਬਣਤਰ ਕਿਸ ਤਰ੍ਹਾਂ ਹੋ ਗਈ? ਜਿਸ ਤਰ੍ਹਾਂ ਊਨੀ ਕੱਪੜਾ ਹੈ ਤੇ ਉਹਦੇ 'ਚ ਗਰਮ ਧਾਗਾ ਲੱਗਿਆ ਹੁੰਦਾ ਹੈ, ਔਰ ਸੂਤੀ ਕੱਪੜਾ ਹੈ ਤੇ ਉਹਦੇ 'ਚ ਸੂਤੀ ਧਾਗਾ। ਤੇ ਉਹਦੀ ਬਣਤਰ ਕੀ ਹੈ? ਉਹ ਜਿਹੜਾ ਧਾਗਾ ਉਹਦੇ 'ਚ ਯੂਜ਼ ਕੀਤਾ ਹੋਇਆ, ਜਿਹੜੇ ਧਾਗਾ ਉਹਨਾਂ ਨੇ ਕੀਤਾ ਹੁੰਦਾ ਯੂਜ਼, ਉਹ ਸੇਮ ਇਸੇ ਤਰੀਕੇ ਨਾਲ ਜਿਹੜਾ ਮੇਰੀ ਬਣਤਰ ਹੈ, ਅਸੀਂ 5 ਤੱਤਵ ਦੇ ਬਣੇ ਹੋਏ ਹਾਂ, ਲੇਕਿਨ ਇੱਕ ਜਿਹੜਾ ਕਾਮਨ ਫੈਕਟਰ ਹੈ ਸਾਰਿਆਂ ਨੂੰ ਜੋੜ ਕੇ ਰੱਖਣ ਵਾਲਾ, ਉਹ ਪਿਆਰ ਹੈ। ਇਹ ਵੀ ਅਸੀਂ ਸਮਝ ਚੁੱਕੇ ਹਾਂ। ਤੇ ਅਗਰ ਹੁਣ ਇਸ ਸੈਕਸ਼ਨ ਦੇ ਵਿੱਚ ਅਸੀਂ ਹੁਣ ਆਪਣੇ ਆਪ ਨੂੰ ਕੀ ਕਹਿਣਾ ਹੈ ਕਿ ਮੈਨੂੰ ਹੁਣ ਅਗਰ ਇਸ ਤਰ੍ਹਾਂ ਲੱਗਦਾ ਇਤਨੀ ਕਿ ਕੋਈ ਮੈਨੂੰ ਗ੍ਰਜਿਸ ਆ ਰਹੀਆਂ ਨੇ, ਕਿ ਮੈਨੂੰ ਇੰਨੀ ਤਾਂ ਹੁਣ ਸਮਝ ਆ ਗਈ ਹੈ ਐਜ਼ ਜਿਹੜੀ ਨੌਲੇਜ ਪ੍ਰਾਪਤ ਕਰਨ ਤੋਂ ਬਾਅਦ, ਇਸ ਗਿਆਨ ਤੋਂ ਬਾਅਦ, ਕਿ ਦੁਨੀਆ ਦੇ ਵਿੱਚ ਐਸਾ ਕੋਈ ਵੀ ਨਹੀਂ ਹੈ ਜੋ ਮੈਨੂੰ ਹਰਟ ਕਰ ਸਕੇ, ਮੈਨੂੰ ਦੁਖੀ ਕਰ ਸਕੇ ਮੇਰੇ ਤੋਂ ਇਲਾਵਾ। ਕਿਉਂ ਮੇਰੇ ਤੋਂ ਇਲਾਵਾ? ਕਿਉਂਕਿ ਘਟਨਾ ਹੋ ਗਈ, ਇੰਸੀਡੈਂਟ ਹੋ ਗਿਆ, ਉਹਨੂੰ ਮੈਂ ਰੋਕ ਨਹੀਂ ਸਕਦੀ, ਲੇਕਿਨ ਉਸ ਇੰਸੀਡੈਂਟ ਤੋਂ ਬਾਅਦ ਸੋਚਣਾ ਕੀ ਹੈ ਮੈਂ ਆਪਣੇ ਦਿਮਾਗ ਦੇ ਨਾਲ, ਕਿਹੜੇ ਵਿਚਾਰਾਂ ਨਾਲ ਮੈਂ ਆਪਣੇ ਵਿਚਾਰ ਨਾਲ ਆਪਣੇ ਦਿਮਾਗ ਨੂੰ ਭਰਨਾ ਹੈ, ਜਾਂ ਕਿਹੜੇ ਵਿਚਾਰ ਮੈਂ ਕ੍ਰੀਏਟ ਕਰਨੇ ਨੇ ਆਪਣੇ ਅੰਦਰ, ਇਹ ਮੇਰੇ ਅੰਦਰ ਹੁਣ ਗਿਆਨ ਪ੍ਰਾਪਤ ਹੋ ਗਿਆ। ਇਹ ਮੈਨੂੰ ਇਸ ਦੀ ਨੌਲੇਜ ਮਿਲ ਗਈ ਹੈ ਕਿ ਮੈਂ ਮੈਨੀਫੈਸਟ ਕਰਾਂਗੀ, ਜੋ ਮੈਂ ਸੋਚਾਂਗੀ ਉਹੀ ਮੈਂ ਮੈਨੀਫੈਸਟ ਕਰਾਂਗੀ।
तो मैं अपने सोचने के तरीके ਨੂੰ बदल सकती हाँ। जिस तरह ही मैं अपने सोचने के तरीके ਨੂੰ बदलिया, अपना थॉट प्रोसैस बदलिया, ऑटोमैटिकली चीज़ां उस हिसाब दे नाल हुंदियां चलियां जाएंगियां। तो घटना मैं रोक नहीं सकती, लेकिन घटना तो बाद जिहड़े विचार आने ने उन्हां विचारां नूं मैं रोक सकती हाँ। यह मैनूं समझ प्राप्त हो गई और यह जानते हुए मैं सारियां नूं माफ करना शुरू कर दिता। माफ करन दा मतलब कि मैनूं हुण इत्थे पता चल गया कि मैं देण वास्ते बनी हाँ। और अगर मैनूं लगदा है कि मैनूं किसी दे उत्ते ग्रजिज ने या कोई दुख दी फीलिंग है या हर्ट दी फीलिंग है, तो मैं उन्होंने की कहना है कि मैं हुण मैनूं पता चल गया है कि मैनूं कोई दुखी नहीं कर सकता। इसलिए मैनूं यह भी समझ आ गई कि माफ करने वास्ते कुछ है ही नहीं, क्योंकि गलत और सही मन दा खेड है। मन दो दे विच उलझा के रखता है और मैं हुण इस उलझन तो बाहर आ गई हाँ। और मेरा हार्ट जिहड़ा है हुण वो एक फॉरगिवनेस दी एक स्थिति हुंदी है, एक अवस्था हुंदी है। माफी दी भी एक अवस्था हुंदी है। अवस्था मीनस जिथे कोई हलचल नहीं है। जिस तरह समुद्र दे विच ज्वार मतलब लहरां आंदियां ने जांदियां ने, आंदियां ने जांदियां ने, कुछ ना कुछ चलता रहंदा। लेकिन बेसिक जो समुद्र जो नीचे हुंदा वो बिल्कुल शांत हुंदा, ऊपर लहरां चल रही होंदियां ने। ठीक इस तरह एक अवस्था बनी हो गई है, स्टेट ऑफ माइंड। मेरे अंदर विचारां दी कोई उथल पुथल नहीं है, बिल्कुल नीरव शांति है और मैं माफ करन दी स्थिति दे विच हां। यानी फॉर गिव देन दी स्थिति दे विच इस क्षण मैं देन दी स्थिति दे विच आ गई हां। और मैं देना की है? प्यार। मैं इस चीज नूं हुण समझ लिया और ਇੱਥੇ ਹੁਣ ਫॉरगिवनेस ਅਸੀਂ ਕਾਫੀ ਗੱਲ ਵੀ ਕਰ ਚੁੱਕੇ ਹਾਂ ਤੇ ਇੱਥੇ फॉरगिवनेस ਦੀ ਗੱਲ ਅਸੀਂ ਸਮਾਪਤ ਕਰਦੇ ਹਾਂ। ਅਗਲਾ ਪੁਆਇੰਟ ਪਕੜਦੇ ਹਾਂ, ਥੈਂਕਸ। थैंक्स का मतलब हो गया धन्यवाद। फॉरगिवनेस दी जिस तरह एक स्टेट है, इस तरह ही ग्रेटिट्यूड भी एक अवस्था है, एक भाव है। इमोशंस आंदियां जांदियां ने, भाव एक तल दे उत्ते पिया रहिंदा है, उस दे उत्ते सब कुछ चीज़ां होंदियां ने, भाव जिहड़े साडे ओरिजिनल जो असी हैगे आ। तो ग्रेटिट्यूड दा भाव ਜਦੋਂ ਅਸੀਂ ਆਪਣੇ ਆਸੇ-ਪਾਸੇ ਇੰਨੀਆਂ ਸਾਰੀਆਂ ਚੀਜ਼ਾਂ ਦੇਖਦੇ ਹਾਂ ਕਿ ਇਤਨਾ ਕੁਝ ਦਾਤੇ ਨੇ ਸਾਡੇ ਲਈ ਬਣਾ ਦਿੱਤਾ, ਉਸ ਯੂਨੀਵਰਸ ਨੇ, ਉਸ ਅਕਾਲ ਪੁਰਖ ਨੇ, ਈਸ਼ਵਰ ਕਹਿ ਲਈਏ, ਕੌਨਸ਼ੀਅਸਨੈਸ ਕਹਿ ਲਈਏ, ਚੇਤਨਾ ਕਹਿ ਲਈਏ, ਜਾਂ ਆਪਣੇ ਜਿਹੜਾ ਵੀ ਉਹਨੂੰ ਅਸੀਂ ਨਾਮ ਦੇਣਾ ਚਾਹੀਏ, ਅਵੇਅਰਨੈਸ ਕਹਿ ਲਈਏ, ਹਰ ਉਸ ਚੀਜ਼ ਨੂੰ ਅਸੀਂ ਕਹਿਣਾ ਕਿ ਅਸੀਂ ਜੋ ਕੁਝ ਵੀ ਕਲੇਮ ਕੀਤਾ ਸੀ, ਜੋ ਕੁਝ ਵੀ ਮੈਨੂੰ ਪਤਾ ਚੱਲ ਗਿਆ ਹੈ ਕਿ जो कुछ मैं क्लेम किया, जिस चीज का मैं दावा किया सी तेरे नाल, वो सारी चीज यानी सेल्फ एक्सेप्टेंस वास्ते भी ਅਸੀਂ सेल्फ एक्सेप्टेंस ਦੇ ਵਿੱਚ ਇੱਕੋ ਟੌਪਿਕ ਲਿਆ, ਸਿੰਗਲ ਥਾਟ। ਉਹਦੇ ਲਈ ਅਸੀਂ ਜਿਹੜਾ ਕੀਤਾ ਉਹਦੇ ਲਈ ਅਸੀਂ ਥੈਂਕਸ ਕਹਿਣਾ ਹੈ। ਥੈਂਕਸ ਗॉड ਫॉर ਮਾਈ ਸੈਲਫ एक्सेप्टेंस, यानी ਧੰਨਵਾਦ ਦਾ ਭਾਵ। ਜਦੋਂ ਅਸੀਂ ਧੰਨਵਾਦ ਦੇ ਭਾਵ ਦੇ ਨਾਲ, ਗ੍ਰੈਟੀਟਿਊਡ ਦੇ ਭਾਵ ਦੇ ਨਾਲ ਰਹਿੰਦੇ ਹਾਂ, ਆਟੋਮੈਟਿਕਲੀ ਚੀਜ਼ਾਂ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਅਸੀਂ ਕਲਪ੍ਰਿਟ ਮੂਡ ਦੇ ਵਿੱਚ ਰਹਿੰਦੇ ਹਾਂ, ਸ਼ਿਕਾਇਤ ਕਰਨ ਦੇ ਮੂਡ ਦੇ ਵਿੱਚ ਰਹਿੰਦੇ ਹਾਂ, तो शिकायत ਨੂੰ ਹੀ ਅਟਰੈਕਟ ਕਰਦੇ ਹਾਂ, ਸ਼ਿਕਾਇਤ ਭਰੀਆਂ ਚੀਜ਼ਾਂ ਹੀ ਸਾਡੀ ਤਰਫ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਲੇਕਿਨ ਕਿਉਂਕਿ ਹੁਣ ਅਸੀਂ ਫਾਰਮੂਲਾ ਸਿੱਖ ਰਹੇ ਹਾਂ ਤੇ ਫਾਰਮੂਲੇ ਦੇ ਵਿੱਚ ਕੀ ਹੈ ਕਿ ਅਸੀਂ ਥੈਂਕਸ ਕਹਿਣਾ ਹੈ ਹਮੇਸ਼ਾ। ਜੋ ਵੀ ਸੀਨ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ, ਜੋ ਵੀ, ਉਹਦੇ ਲਈ ਅਸੀਂ ਹਮੇਸ਼ਾ ਉਸ ਅਕਾਲ ਪੁਰਖ ਦੇ ਅੱਗੇ ਥੈਂਕਸ ਦੇ ਭਾਵ ਦੇ ਨਾਲ ਉਹਦੇ ਨਾਲ ਹੀ ਅਸੀਂ ਰਹਿਣਾ, ਉਹਨੂੰ ਧੰਨਵਾਦ ਕਰਨਾ ਕਿ हे ਅਕਾਲ ਪੁਰਖ ਜੀ, हे परमात्मा, मैं ਤੁਹਾਨੂੰ ਆਪਣੇ ਆਪ ਨੂੰ स्वीकार ਕਰਨ ਦੀ ਜਿਹੜੀ ਮੇਰੀ ਸਥਿਤੀ ਹੈ ਉਹਦੇ ਲਈ ਮੈਂ ਤੁਹਾਨੂੰ ਧੰਨਵਾਦ ਕਹਿਣੀ ਹੈ। ਯਾਨੀ ਗ੍ਰੈਟੀਟਿਊਡ ਦੇ ਭਾਵ ਦੇ ਵਿੱਚ ਆ ਜਾਣਾ ਹੈ, ਫੀਲ ਕਰਨਾ ਹੈ। ਹੁਣ ਅਸੀਂ ਇੱਥੇ ਕੀ ਕਰ ਰਹੇ ਹਾਂ, ਹੈਡ ਤੋਂ ਅਸੀਂ ਹਾਰਟ ਤੱਕ ਦੀ ਯਾਤਰਾ ਕਰ ਰਹੇ ਹਾਂ। ਤਾਂ ਅਸੀਂ ਕੋਈ ਚੀਜ਼ ਦਿਮਾਗ ਤੋਂ ਸੋਚਣਾ, ਸਿਰਫ ਅਸੀਂ ਫੀਲ ਕਰਨਾ ਉਸ ਚੀਜ਼ ਨੂੰ, फील करके बोलना है, धन्यवाद के भाव रहना है, महसूस करना है कि परमात्मा ने मेरे लिए कितना कितना अरेंजमेंट करके रखा है। या जेडे थॉट मैं रिलीज कर दिते ने फॉरगिवनेस में, जो मैं प्यार की एनर्जी भेजी, तो प्यार की एनर्जी भेजन दे नाल ही मेरा हृदय ऑटोमैटिकली प्यार दे नाल, पहले मैं खुद भी भर गई, तां ही तो मैं प्यार की एनर्जी सब नूं भेज रही हूँ, फॉरगिव कर पा रही हूँ। और उस लई धन्यवाद का भाव ऑटोमैटिकली साडे अंदर आ ही जाएगा और उस भाव दे विच असीं अपने आप नूं सराबोर कर लेना, ਜਿਹਨੂੰ ਕਹਿੰਦੇ ਨਾ ਕਿ ਰਚ ਮਿਸ ਜਾਣਾ ਉਸ ਦੇ ਨਾਲ।
ਆਪਣੇ ਇੱਕ ਇੱਕ ਕੋਰ ਦੇ ਵਿੱਚ, ਆਪਣੀ ਇੱਕ ਇੱਕ ਸੈੱਲ ਰੋਮ ਰੋਮ ਦੇ ਵਿੱਚ ਅਸੀਂ ਉਸ ਥਾਟ ਨੂੰ, ਉਸ ਧੰਨਵਾਦ ਦੇ ਭਾਵ ਨੂੰ ਫੀਲ ਕਰਨਾ ਹੈ। ਫਿਰ ਆ ਜਾਂਦਾ ਹੈ ਆਮੀਨ। ਆਮੀਨ मतलब ਇਹ ਆਮੀਨ ਦਾ ਸ਼ਬਦ ਇਸ ਤਰ੍ਹਾਂ ਹੋ ਗਿਆ ਕਿ ਜਦੋਂ ਸਾਨੂੰ ਕਲੇਮ ਅਸੀਂ ਕਿਸੇ ਚੀਜ਼ ਨੂੰ ਕਰ ਲਿਆ, ਇਹਨੂੰ ਅਸੀਂ ਇਸ ਤਰ੍ਹਾਂ ਸਮਝਣਾ ਕਿ ਮੰਨ ਲਓ ਮੇਰੀ ਕੋਈ ਪ੍ਰਾਪਰਟੀ ਹੈ, ਉਸ ਪ੍ਰਾਪਰਟੀ ਦੇ ਉੱਤੇ ਮੈਂ ਕਲੇਮ ਕੀਤਾ ਹੈ ਕਿ ਮੇਰੀ, ਔਰ ਸਾਹਮਣੇ ਵਾਲਾ ਬੰਦਾ ਕਲੇਮ ਕਰ ਰਿਹਾ ਕਿ ਇਹ ਪ੍ਰਾਪਰਟੀ ਮੇਰੀ ਹੈ, ਤੇ ਅਸੀਂ ਲੋਕ ਕੀ ਕਰਾਂਗੇ, ਫਿਰ ਕੋਰਟ ਦੇ ਵਿੱਚ ਜਾਵਾਂਗੇ। ਕੋਰਟ ਦੇ ਵਿੱਚ ਜਦੋਂ ਚਲੇ ਗਏ ਤੇ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਕੀ ਹੋਏਗਾ, ਅਸੀਂ ਆਪਣਾ ਕਲੇਮ ਕਰਾਂਗੇ, ਆਪਣੇ ਜਿਹੜੇ ਮੇਰੇ ਹੋਣਗੀਆਂ, ਮੇਰੇ ਕੋਲ ਜਿਹੜੀਆਂ ਵੀ ਉਹਦੀਆਂ ਹੋਣਗੀਆਂ ਪ੍ਰੂਫਸ, ਮੈਂ ਉਹ ਸਿੱਧ ਕਰਾਂਗੀ ਕਿ ਯਸ ਇਹ ਰੀਜ਼ਨ ਹੈ, ਇਸ ਪਿੱਛੇ ਮੈਂ ਕਹਿ ਰਹੀ ਹਾਂ, ਮੇਰੇ ਕੋਲ ਇਹ ਪ੍ਰੂਫ ਹੈ, ਮੇਰੇ ਕੋਲ ਇਹ ਪ੍ਰੂਫ ਹੈ। ਇਹ ਸਾਰਾ ਕੁਝ ਕਰਦੇ ਕਰਦੇ ਉਹ ਵੀ ਆਪਣਾ ਪ੍ਰੂਫ ਦੇਗਾ, ਸਾਹਮਣੇ ਵਾਲਾ ਵੀ ਪ੍ਰੂਫ ਦੇਗਾ, ਮੈਂ ਵੀ ਆਪਣਾ ਪ੍ਰੂਫ ਦਿਆਂਗੀ। ਇਹ ਸਭ ਕਰਦੇ ਕਰਦੇ ਹੋਏਗਾ ਕਿ ਜਿਹੜਾ ਜੱਜ ਹੈ ਉਹ ਡਿਸੀਜ਼ਨ ਦੇ ਦੇਗਾ ਕਿ ਯਸ ਇਹ ਪ੍ਰਾਪਰਟੀ ਹੈ। ਹੁਣ ਜਿਹਦੇ ਕੋਲ ਵੀ ਉਹ ਪ੍ਰਾਪਰਟੀ ਦੇ ਪੇਪਰ ਸਟੈਂਪ ਵਾਲੇ ਆ ਜਾਣਗੇ, ਫਿਰ ਉਹਨੂੰ ਬਾਰ-ਬਾਰ ਪ੍ਰੂਫ ਕਰਨ ਦੀ ਜ਼ਰੂਰਤ ਨਹੀਂ ਪਏਗੀ ਕਿ ਹਰ ਕਿਸੇ ਨੂੰ ਇਹ ਪ੍ਰਾਪਰਟੀ ਮੇਰੀ ਹੈ। ਸਿੰਗਲ ਮੋਰ ਲੱਗੀ, ਗੱਲ ਖਤਮ। ਔਰ ਐਸੇ ਤਰੀਕੇ ਦੇ ਨਾਲ ਜਦੋਂ ਅਸੀਂ ਕਲੇਮ ਕਰ ਲਿਆ ਕਿਸੇ ਚੀਜ਼ ਨੂੰ, ਧੰਨਵਾਦ ਕਰ ਦਿੱਤਾ, ਗ੍ਰੈਟੀਟਿਊਡ ਦੇ ਭਾਵ ਦੇ ਵਿੱਚ ਆ ਗਏ, ਜਦੋਂ ਅਸੀਂ ਧੰਨਵਾਦ ਦੇ ਭਾਵ ਦੇ ਵਿੱਚ ਆ ਗਏ ਤਾਂ ਇਟ ਮੀਨਸ ਉਹ ਚੀਜ਼ ਹੋ ਚੁੱਕੀ। ਉਹ ਚੀਜ਼ ਚਾਹੇ ਅੱਜ ਮੈਨੂੰ ਦਿਖਾਈ ਨਹੀਂ ਦੇ ਰਹੀ ਹੈ, ਇਸ क्षण ਮੈਨੂੰ ਦਿਖਾਈ ਨਹੀਂ ਦੇ ਰਹੀ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੀ ਹੋਈ, ਲੇਕਿਨ ਕਿਸੇ ਪਲੇਨ ਦੇ ਉੱਤੇ ਉਹ ਚੀਜ਼ ਹੋ ਚੁੱਕੀ ਹੈ, ਔਰ ਮੈਂ ਉਸ ਕਲੇਮ ਨੂੰ ਹੁਣ ਕੀ ਕਰਨਾ ਹੈ, ਰੱਦ ਕਰ ਦੇਣਾ, ਯਾਨੀ ਛੋੜ ਦੇਣਾ, ਰਿਲੀਜ਼ ਕਰ ਦੇਣਾ। ਔਰ ਕਿਉਂਕਿ ਉਹਦੇ ਨਾਲ ਰਿਲੇਟਡ ਕਲੇਮ ਕਰਨ ਦੇ ਵਿੱਚ ਜਿਹੜੀਆਂ ਰੁਕਾਵਟਾਂ ਆ ਰਹੀਆਂ ਸੀ, ਜਿਹੜੇ ਥਾਟ ਪੈਟਰਨ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਉਹ ਸਾਰੇ ਥਾਟ ਪੈਟਰਨ ਤਾਂ ਮੈਂ ਰਿਲੀਜ਼ ਕਰ ਦਿੱਤੇ ਨਾ, ਸਾਰੇ ਦੇ ਸਾਰੇ ਥਾਟ ਪੈਟਰਨ ਰਿਲੀਜ਼ ਹੋ ਗਏ। ਔਰ ਹੁਣ ਕੋਈ ਕੌਨਫਲਿਕਟ ਨਹੀਂ ਹੈ ਮੇਰੇ ਵਿਚਾਰਾਂ ਦੇ ਵਿੱਚ, ਮੇਰਾ ਵਿਚਾਰ ਬਿਲਕੁਲ ਸ਼ਾਂਤ ਅਵਸਥਾ ਦੇ ਵਿੱਚ ਨੇ। ਮੈਂ ਬਿਲਕੁਲ, ਇਸ ਲਈ ਮੈਂ ਉਹ ਕਲੇਮ ਕਰਨ ਦਾ ਜਿਹੜਾ ਮੇਰਾ ਦਲੀਲਾਂ ਮੈਂ ਬਾਰ-ਬਾਰ ਦੇ ਰਹੀ ਸੀ, ਉਹ ਦਲੀਲਾਂ ਕਰਨ ਦੀ ਹੁਣ ਜ਼ਰੂਰਤ ਨਹੀਂ ਹੈ। ਸੋ ਮੈਂ ਉਹ ਕਲੇਮ ਕਰਨ ਦੀ ਜਿਹੜੀ ਮੇਰੀ ਉਹ ਜ਼ਰੂਰਤ ਸੀਗੀ, ਉਸਨੂੰ ਮੈਂ ਹੁਣ ਛੋੜ ਦੇਣਾ ਹੈ। ਉਸ ख्वाहिश ਨੂੰ, ਉਸ ਡਿਜ਼ਾਇਰ ਨੂੰ, ਅਸੀਂ ਡਿਜ਼ਾਇਰ ਵੀ ਨਹੀਂ ਕਹਿ ਸਕਦੇ, ख्वाहिश ਵੀ ਨਹੀਂ ਕਹਿ ਸਕਦੇ, ਇੱਕ ਅੰਦਰ ਇੱਕ ਬੇਚੈਨੀ ਜਿਹੀ ਰਹਿੰਦੀ ਹੈ, ਫੀਲਿੰਗ ਜਿਹੀ ਰਹਿੰਦੀ ਹੈ। ਜਦੋਂ ਪਤਾ ਚੱਲਦਾ ਖਸ਼ ਯਸ ਮੇਰੇ ਨਾਂ ਤੇ ਇਹ ਚੀਜ਼ ਹੋਗੀ, ਸਟੈਂਪ ਲੱਗ ਗਈ, तो ਅਸੀਂ ਕਿਸ ਤਰ੍ਹਾਂ ਰਿਲੀਜ਼ ਹੋ ਜਾਣੇ ਨਾ, ਨਹੀਂ ਤਾਂ ਇੱਕ ਅੰਦਰ ਅਚੋਤਾਈ ਜੀ ਮਚੀ ਰਹਿੰਦੀ ਕਿ ਕਿਤੇ ਮੇਰੀ ਪ੍ਰਾਪਰਟੀ ਕੋਈ ਦੂਸਰਾ ਨਾ ਲੈ ਜਾਏ। ਸੇਮ ਏਦਾਂ ਹੀ, ਕਿਉਂਕਿ ਥਾਟ ਦੇ ਵਿੱਚ ਕੌਨਫਲਿਕਟ ਚੱਲ ਰਿਹਾ ਸਾਡੇ, ਲੇਕਿਨ ਜਦੋਂ ਹੁਣ ਅਸੀਂ ਕਲੇਮ ਕਰ ਦਿੱਤਾ, ਆਮੀਨ ਕਹਿ ਦਿੱਤਾ, ਤੇ ਉਦੋਂ ਅਸੀਂ ਕੀ ਕਹਿ ਦਿੱਤਾ ਕਿ ਠੀਕ ਹੈ, ਹੁਣ ਜਿਹੜੇ ਮੇਰੇ ਔਰ ਮੇਰੇ ਅਕਾਲ ਪੁਰਖ ਦੇ ਦਰਮਿਆਨ ਵਿਚਾਰਾਂ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ ਸੀ, ਉਹ ਹੁਣ ਬਿਲਕੁਲ ਕਲੀਅਰ ਹੋ ਚੁੱਕਾ ਹੈ, ਔਰ ਮੇਰਾ ਹੁਣ ਜਿਹੜਾ ਕਲੇਮ ਹੈ ਉਹ ਖਤਮ ਹੋ ਚੁੱਕਾ ਹੈ। ਔਰ ਇਹ ਕੀ ਹੈ, ਇਹ ਜਿਹੜਾ ਕੁਦਰਤ ਦਾ ਜੋ ਨਿਯਮ ਹੈ, ਕੁਦਰਤ ਦੇ ਵੀ ਤਾਂ ਨਿਯਮ ਨੇ ਨਾ, ਕੁਦਰਤ ਵੀ ਤਾਂ ਕਿਸੇ ਨਿਯਮ ਦੇ ਨਾਲ ਚੱਲ ਰਹੀ ਹੈ, ਤਾਂ ਜਿਹੜੇ ਕੁਦਰਤ ਦੇ ਨਿਯਮ ਹੈ, ਇਹ ਉਸਦੀ ਇੱਕ ਬੇਸਿਕ ਨੇਚਰ ਹੈ ਕਿ ਹੁਣ ਮੈਨੂੰ ਇਹਨਾਂ ਸਭ ਕਰਨ ਦੀ ਜ਼ਰੂਰਤ ਨਹੀਂ ਹੈ, ਔਰ ਅਸੀਂ ਇਹ ਸਮਝ ਰੱਖ ਕੇ ਅਸੀਂ ਇਸ ਨੂੰ ਆਮੀਨ ਮਤਲਬ ਇਹ ਕਹਿ ਦੇਣਾ। ਗੁਰਬਾਣੀ ਦੇ ਵਿੱਚ ਅਸੀਂ ਇਸ ਨੂੰ ਕਿਸ ਤਰ੍ਹਾਂ ਲੈਣਾ, ਇਹਨੂੰ ਅਸੀਂ ਬਾਅਦ ਦੇ ਵਿੱਚ ਸਮਝਾਂਗੇ, ਪਹਿਲੇ ਅਸੀਂ ਬੁੱਕ ਵਾਲਾ ਕਨਸੈਪਟ ਕਲੀਅਰ ਕਰ ਲਈਏ। ਫਿਰ ਇਸ ਹਫਤੇ ਆਈ ਹੋਪ ਅਸੀਂ ਸੱਤੋਂ ਦੇ ਸੱਤੋਂ ਪੁਆਇੰਟਸ ਜਿਹੜੇ ਨੇ ਉਹ ਬਿਲਕੁਲ ਕਲੀਅਰ ਕਰ ਲੈਣੇ। यस मैम, एकदम क्लियर है। थैंक यू बेटा। तो इस हफ्ते ਅਸੀਂ ਹੁਣ ਜਿਹੜਾ ਕਰਨਾ ਹੈ, ਇਹ ਸੈਲਫ ਅਸੈਪਟੈਂਸ ਨੂੰ ਅਸੀਂ ਲੈਣਾ ਹੈ। God and I claim and accept my self acceptance with forgiveness and thanks। ਹੁਣ ਕੱਲ ਜਿਸ ਤਰ੍ਹਾਂ ਅਸੀਂ ਥਾਟ ਨਾਲ ਰਿਲੇਟਡ ਪੜਿਆ ਕਿ ਸੈਲਫ ਅਸੈਪਟੈਂਸ ਦੇ ਵਿੱਚ ਅਗਰ ਸਾਨੂੰ ਕੋਈ ਦੂਸਰੀਆਂ ਚੀਜ਼ਾਂ ਆ ਰਹੀਆਂ ਨੇ ਤੇ ਅਸੀਂ ਉਹਦੇ ਬਾਰੇ ਗੱਲ ਕਰਾਂਗੇ, ਲੇਕਿਨ ਫਿਲਹਾਲ ਪ੍ਰੈਕਟਿਸ ਕਰਨ ਲਈ ਅਸੀਂ ਸਿਰਫ ਇਹੀ ਲਾਈਨ ਬੋਲਣ ਵਾਲੇ ਹਾਂ ਕਿ ਪਰਮਾਤਮਾ ਤੇ ਮੈਂ ਦਾਵਾ ਕਰਦੇ ਹਾਂ, ਨਾਲ ਹੀ ਨਾਲ ਸਵੀਕਾਰ ਕਰਦੇ ਹਾਂ ਆਪਣੀ ਹੋਂਦ ਨੂੰ ਪਿਆਰ, ਧੰਨਵਾਦ ਦੇ ਭਾਵ ਦੇ ਨਾਲ, ਔਰ ਫॉरगिवनेस ਦੇ ਨਾਲ, ਮਾਫੀਨਾਮੇ ਦੇ ਨਾਲ। ਫॉरगिवनेस ਦਾ ਜੋ ਭਾਵ ਹੈ, ਦੇਣ ਦਾ ਜੋ ਭਾਵ ਹੈ, ਪਿਆਰ ਨੂੰ ਦੇਣ ਦਾ ਜੋ ਭਾਵ ਹੈ, ਉਸ ਦੇ ਨਾਲ ਇਹ ਚੀਜ਼ ਹੋ ਚੁੱਕੀ ਹੈ। ਇਹਦੇ ਨਾਲ ਕਹਿ ਦੇਣਾ ਆਮੀਨ, ਧੰਨਵਾਦ। ਠੀਕ ਹੈ, ਹੁਣ ਇਹ ਜਿਹੜਾ ਫਾਰਮੂਲਾ ਹੈ, ਇਹ ਇਸੇ ਫਾਰਮੂਲੇ ਨੂੰ ਅਸੀਂ ਦਿਨ 'ਚ 2 ਟਾਈਮ ਪ੍ਰੈਕਟਿਸ ਕਰਾਂਗੇ, ਕਿਉਂਕਿ ਜਿਹੜੀਆਂ ਤਾਂ ਕਿ ਅਸੀਂ ਫਾਰਮੂਲੇ ਦੇ ਨਾਲ ਜਿਹੜੀਆਂ ਫੀਲਿੰਗਸ ਨੇ, ਕਿਉਂਕਿ 7 ਪੁਆਇੰਟ ਨੇ ਨਾ, ਇਹਨਾਂ 7 ਜਿਹੜੇ ਅਲੱਗ-ਅਲੱਗ ਜਿਹੜੇ ਹੈਗੇ ਨੇ ਥਾਟਸ, ਗॉड, आई, फिर क्लेम एंड एक्सेप्ट,
then ਫਿਰ thought, ਫਿਰ forgiveness, ਫਿਰ thanks, then ਆਮੀਨ। ਇਹਨਾਂ ਸੱਤਾਂ ਦੇ ਨਾਲ ਅਸੀਂ used to ਹੋ ਜਾਈਏ, ਸਾਡੀਆਂ ਫੀਲਿੰਗਸ ਇਹਦੇ ਨਾਲ ਕੰਫਰਟੇਬਲ ਹੋ ਜਾਈਏ। ਉਸੇ ਤਰੀਕੇ ਨਾਲ ਜਿਸ ਤਰ੍ਹਾਂ ਕਿ ਅਸੀਂ ਫਰਸਟ ਜਦੋਂ ਅਸੀਂ ਕੀਤਾ ਸੀਗਾ ਪਰਮਾਤਮਾ ਨੂੰ ਅਸੀਂ ਕਿਹਾ ਸੀਗਾ ਕਿ ਅਸੀਂ ਪਰਮਾਤਮਾ ਦੇ ਅੰਸ਼ ਹਾਂ, ਔਰ ਇਸ ਨੂੰ ਅਸੀਂ ਫੀਲ ਕੀਤਾ ਸੀਗਾ ਕਾਫੀ ਟਾਈਮ ਤੋਂ ਜਾ ਕੇ, ਕਿਉਂਕਿ ਇੱਕਦਮ ਸਾਡਾ ਮਾਈਂਡ ਇਸ ਚੀਜ਼ ਨੂੰ ਅਸੈਪਟ ਕਰਨ ਲਈ ਤਿਆਰ ਨਹੀਂ ਹੁੰਦਾ। ਤਾਂ ਇਸ ਫਾਰਮੂਲੇ ਨੂੰ ਵੀ ਮਾਈਂਡ ਅਸੈਪਟ ਕਰਨ ਲਈ ਤਿਆਰ ਨਹੀਂ ਹੋਏਗਾ, ਇਸ ਲਈ ਅਸੀਂ 2 ਟਾਈਮ ਦੇਖ ਕੇ ਬੋਲਾਂਗੇ ਪਹਿਲੇ ਤਾਂ ਬਾਰ-ਬਾਰ, ਔਰ ਫਿਰ ਤਾਂ ਕਿ ਅਸੀਂ ਟਿਊਨਡ ਹੋ ਜਾਈਏ ਇਸ ਫੀਲਿੰਗਸ ਦੇ ਨਾਲ ਜਿਹੜੀਆਂ ਇਹਨਾਂ ਸ਼ਬਦਾਂ ਦੇ ਨਾਲ ਸਾਨੂੰ ਪਰੋਸ ਕੇ ਆ ਰਹੀਆਂ ਨੇ। ਔਰ ਜਦੋਂ ਅਸੀਂ ਟਿਊਨਡ ਹੋ ਜਾਵਾਂਗੇ ਔਰ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਦੂਸਰੇ ਥਾਟ ਦੀ ਜਗ੍ਹਾ ਦੇ ਉੱਤੇ ਅਸੀਂ ਫਿਰ ਦੂਸਰੀਆਂ ਚੀਜ਼ਾਂ ਨੂੰ ਜਿਹੜੀਆਂ ਸਾਡੀਆਂ ਹੈਗੀਆਂ ਨੇ, ਜਿਨ੍ਹਾਂ ਨੂੰ ਅਸੀਂ ਹੀਲ ਕਰਨਾ, ਜਿਨ੍ਹਾਂ ਨੂੰ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ, ਇਹ ਫਾਰਮੂਲਾ ਜਿਸ ਤਰ੍ਹਾਂ ਕਹਿੰਦਾ ਇੱਕ ਫਾਰਮੂਲਾ ਇੱਕ ਵਾਰੀ ਸਿੱਖ ਲਿਆ ਤੇ ਅਸੀਂ ਫਿਰ ਜਿਹੜੇ ਮਰਜ਼ੀ ਚੀਜ਼ ਦੇ ਉੱਤੇ ਲਗਾ ਦਈਏ। ਫਿਰ ਅਸੀਂ ਜੀਵਨ ਦੇ ਹਰ ਜਿੱਥੇ ਵੀ ਸਾਨੂੰ ਦੁਵਿਧਾ ਆਏਗੀ, ਥੋੜਾ ਜਿੰਨਾ ਹਰਟ ਫੀਲਿੰਗ ਆ ਗਈ, ਕੁਝ ਲੱਗ ਰਿਹਾ ਕਿ ਇਹ ਮੇਰੀਆਂ ਚੀਜ਼ਾਂ ਮੈਨੀਫੈਸਟ ਨਹੀਂ ਹੋ ਰਹੀਆਂ, ਇਹ ਕੰਮ ਮੇਰੀ ਮਰਜ਼ੀ ਮੁਤਾਬਿਕ ਨਹੀਂ ਹੋ ਰਿਹਾ, ਤਾਂ ਅਸੀਂ ਤੁਰੰਤ ਇਹ ਸੱਤ ਚੀਜ਼ਾਂ ਨੂੰ ਇਸ ਫਾਰਮੂਲੇ ਨੂੰ ਯੂਜ਼ ਕਰਕੇ ਆਟੋਮੈਟਿਕਲੀ ਅਸੀਂ ਆਪਣੀ ਉਸ ਚੀਜ਼ ਜਿਸ ਨੂੰ ਅਸੀਂ ਮੈਨੀਫੈਸਟ ਕਰਨਾ ਚਾਹ ਰਹੇ ਹਾਂ ਉਹ ਅਸੀਂ ਮੈਨੀਫੈਸਟ ਕਰ ਪਾਵਾਂਗੇ ਆਪਣੇ ਦਿਲ ਦੇ ਭਾਵ ਬਦਲ ਕੇ, ਹੈ ਨਾ। ਇਸ ਲਈ ਇਹਦੀ ਸਾਨੂੰ ਪ੍ਰੈਕਟਿਸ ਦਿਨ 'ਚ 2 ਟਾਈਮ ਕਰਾਂਗੇ ਤਾਂ ਜ਼ਿਆਦਾ ਬੈਸਟ ਰਹੇਗਾ। ਇਹ ਅਗਰ ਅਸੀਂ ਕਹਿ ਦਈਏ ਕਿ ਇਹ ਜਿਹੜਾ ਕ੍ਰੀਏਟਿੰਗ ਫਾਰਮੂਲਾ ਹੈ, ਇਹ ਜਿਹੜਾ ਫਾਰਮੂਲਾ ਹੈ, ਇਹ ਸਾਡਾ ਮੇਨ ਟੂਲ ਹੈ, ਸਭ ਤੋਂ ਜ਼ਿਆਦਾ ਮੇਨ ਟੂਲ ਸਾਡਾ ਇਹੀ ਹੋਏਗਾ। ਇਹਨੂੰ ਅਸੀਂ ਇਤਨੇ ਟਾਈਮ ਬੋਲਣਾ ਹੈ ਆਪਣੇ ਆਪ ਦੇ ਨਾਲ ਤਾਂ ਕਿ ਸਾਡੀ ਸੈਕਿੰਡ ਨੇਚਰ ਹੋ ਜਾਏ, ਸਾਡੀ ਹੈਬਿਟ ਹੀ ਬਣ ਜਾਏ ਕਿ ਜਿਸ ਤਰ੍ਹਾਂ ਕੋਈ ਤਕਲੀਫ ਦੇਖੀ, ਕੋਈ ਆਪਣੇ ਅੰਦਰ ਅਨਵਾਂਟਡ ਫੀਲਿੰਗ ਦੇਖੀ, ਕੋਈ ਗਰਜਸ ਦੇਖਿਆ, ਕੋਈ ਵੀ ਉੱਠਿਆ ਤੇ ਤੁਰੰਤ ਅਸੀਂ ਇਸ ਫਾਰਮੂਲੇ ਨੂੰ ਯੂਜ਼ ਕਰ ਲਿਆ ਔਰ ਅਸੀਂ ਅੱਗੇ ਚਲੇ ਗਏ। ਔਰ ਯਾਦ ਕੋਸ਼ਿਸ਼ ਕੀ ਕਰਨੀ ਹੈ ਕਿ ਸਾਨੂੰ ਦੇਖਣ ਦੀ ਜ਼ਰੂਰਤ ਨਾ ਪਏ, ਅਸੀਂ ਬਿਨਾਂ ਦੇਖੇ ਹੀ ਇਸ ਫਾਰਮੂਲੇ ਨੂੰ ਬੋਲ ਸਕੀਏ, ਯਾਦ ਹੋ ਜਾਏ ਸਾਨੂੰ ਇਹ ਫਾਰਮੂਲਾ। ਔਰ ਜਦੋਂ ਸਾਡਾ ਦਿਨ ਦੇ ਵਿੱਚ ਅਸੀਂ ਦੇਖਾਂਗੇ ਕਿ ਕੋਈ ਥਾਟ ਆ ਰਿਹਾ ਹੈ ਨਾ, ਕੋਈ ਥਾਟ ਆ ਰਿਹਾ ਸਪੈਸਿਫਿਕ ਥਾਟ, ਕੋਈ ਵੀ ਜਿਹੜਾ ਕਿ ਸਾਨੂੰ ਮੇਰੀ ਸੈਲਫ ਅਸੈਪਟੈਂਸ ਤੋਂ ਮੈਨੂੰ ਦੂਰ ਰੱਖ ਰਿਹਾ, ਕਿ ਮੈਨੂੰ ਲੱਗ ਰਿਹਾ ਕਿ ਵੀ ਨਹੀਂ ਮੈਂ ਤਾਂ ਇਸ ਕਾਬਿਲ ਨਹੀਂ ਹਾਂ, ਇਹ ਕੰਮ ਇਹ ਤਾਂ ਮੈਂ ਕਰ ਹੀ ਨਹੀਂ ਸਕਦੀ, ਇਹ ਇਸ ਤਰ੍ਹਾਂ ਤਾਂ ਮੇਰੇ ਕੋਲ ਹੋ ਹੀ ਨਹੀਂ ਸਕਦਾ, ਮੇਰੇ ਅੰਦਰ ਇਸ ਚੀਜ਼ ਦੀ ਕਮੀ ਹੈ, ਮੇਰੇ ਅੰਦਰ ਇਸ ਚੀਜ਼ ਦੀ ਕਮੀ। ਜਦੋਂ ਇਹੋ ਜਿਹਾ ਥਾਟ ਪ੍ਰੋਸੈਸ ਮੇਰਾ ਚੱਲੇਗਾ ਤਾਂ ਤੁਰੰਤ ਅਵੇਅਰ ਹੋ ਜਾਣਾ ਹੈ ਕਿ ਸੈਲਫ ਅਸੈਪਟੈਂਸ ਨਹੀਂ ਹੋ ਰਹੀ ਹੈ, ਔਰ ਤੁਰੰਤ ਆਪਣੇ ਫਾਰਮੂਲੇ ਨੂੰ ਉਸ ਥਾਟ ਨੂੰ ਚੇਂਜ ਕਰਕੇ ਸੈਲਫ ਅਸੈਪਟੈਂਸ ਨੂੰ ਉਸ ਜਗ੍ਹਾ ਦੇ ਉੱਤੇ ਲਿਆ ਕੇ, ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਮੈਂ ਅਗਲੀ ਹਾਂ ਤਾਂ ਆਈ ਐਮ ਬਿਊਟੀਫੁਲ, ਇਸ ਤਰੀਕੇ ਨਾਲ ਉਸ ਥਾਟ ਨੂੰ ਫਟਾਫਟ ਚੇਂਜ ਕਰਕੇ ਇਹ ਫਾਰਮੂਲੇ ਦੇ ਨੂੰ ਅਸੀਂ ਕਰ ਲੈਣਾ ਹੈ। ਔਰ ਆਫ ਕੋਰਸ ਆਪਣੇ ਹਾਇਰ ਸੈਲਫ ਤੋਂ ਅਸੀਂ ਹੈਲਪ ਲੈਣੀ ਹੈ, ਉਹ ਤਾਂ ਸਾਨੂੰ ਲੈਣੀ ਹੀ ਲੈਣੀ ਹੈ। ਹੁਣ ਅਸੀਂ ਆ ਜਾਂਦੇ ਹਾਂ ਆਪਣੇ, ਜਿਸ ਤਰ੍ਹਾਂ ਅਸੀਂ ਕਿਹਾ ਸੀਗਾ ਕਿ ਅਸੀਂ ਨੂੰ ਅਸੀਂ ਆਪਣੇ ਉਹਦੇ ਨਾਲ ਦੇਖਣਾ ਹੈ, ਗੁਰਬਾਣੀ ਦੇ ਨਾਲ ਵੀ ਦੇਖੀਏ। ਕਿ ਜਿਸ ਤਰ੍ਹਾਂ ਅਸੀਂ ਕੱਲ ਕਿਹਾ ਸੀਗਾ ਕਿ ਸਾਨੂੰ ਨਿਤਨੇਮ ਦੀਆਂ ਬਾਣੀਆਂ ਅਗਰ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦੇ ਵਿੱਚ ਵੀ ਸਿਸਟਮ ਦੇ ਨਾਲ ਉਹਨਾਂ ਨੇ ਹਰ ਚੀਜ਼ ਦਿੱਤੀ ਹੈ, ਕਿਉਂਕਿ ਅਸੀਂ ਆਪਣੇ ਉਸ ਨੂੰ ਪ੍ਰੈਕਟੀਕਲ ਧਰਮ ਕਹਿੰਦੇ ਹਾਂ ਕਿ ਸਾਡਾ ਧਰਮ ਪ੍ਰੈਕਟੀਕਲ ਹੈ। ਤਾਂ ਪ੍ਰੈਕਟੀਕਲ ਦੇ ਵਿੱਚ ਹਰ ਚੀਜ਼ ਪ੍ਰੈਕਟੀਕਲ ਵੀ ਹੋਣੀ ਚਾਹੀਦੀ ਹੈ ਨਾ। ਤੇ ਜਿਸ ਤਰ੍ਹਾਂ ਅਸੀਂ ਬਾਕੀ 3 ਦੇਖ ਲਈਆਂ ਸੀਗੀਆਂ, ਬਾਕੀ ਦੀਆਂ ਚੀਜ਼ਾਂ ਦੇ ਨਾਲ 4 ਜਿਹੜੇ ਅਸੀਂ ਕੱਲ ਦੇਖੇ ਸੀ, ਅੱਜ ਆ ਰਿਹਾ ਹੈ ਫॉरगिवनेस। ਅਗਰ ਅਸੀਂ ਫॉरगिवनेस ਦੀ ਗੱਲ ਕਰੀਏ ਤੇ ਫॉरगिवनेस ਦੇ ਵਿੱਚ ਆ ਜਾਂਦਾ ਹੈ ਮਾਫ ਕਰਨਾ ਔਰ ਦੇਣ ਦਾ ਭਾਵ, ਹੈ ਨਾ। ਤੇ ਅਗਰ ਅਸੀਂ ਰਹਿਰਾਸ ਸਾਹਿਬ ਦੇਖੀਏ ਆਪਣੀ, ਤੇ ਰਹਿਰਾਸ ਸਾਹਿਬ ਦੀ ਜਿਹੜੀ ਸ਼ੁਰੂਆਤ ਹੀ ਹੈ, ਸੁਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਯਾਨੀ ਜਿਹੜਾ ਫॉरगिव ਕਰਨਾ ਹੈ ਨਾ, ਕਿਉਂਕਿ ਦੁੱਖ ਨੂੰ ਪਹਿਲਾਂ ਹੀ ਕਹਿ ਦਿੱਤਾ। ਅਸੀਂ ਤਾਂ ਕਾਰਨ ਕੀ ਸਮਝ ਕੇ ਬੈਠੇ ਸੀ ਕਿ ਜਿਹੜਾ ਦੁੱਖ ਹੈ ਇਹ ਫਲਾਣੇ ਬੰਦੇ ਨੇ ਦਿੱਤਾ, ਮੈਨੂੰ ਸਾਹਮਣੇ ਵਾਲੇ ਨੇ ਦਿੱਤਾ, ਇਹਨੇ ਦਿੱਤਾ, ਉਹਨੇ ਦਿੱਤਾ, ਔਰ ਇਹ ਪਾਲ ਕੇ ਅਸੀਂ ਗ੍ਰਜਸ ਪਾਲ ਕੇ ਰੱਖੇ ਸੀ। ਲੇਕਿਨ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ, ਫਰਸਟ ਉਹਦੇ 'ਚ ਹੀ ਕਹਿ ਦਿੱਤਾ, ਸਟਾਰਟ ਹੀ ਇੱਥੋਂ ਕੀਤੀ ਰਹਿਰਾਸ ਸਾਹਿਬ ਕਿ ਦੁੱਖ ਦਾਰੂ ਹੈ। ਅਗਰ ਦੁੱਖ ਦਾਰੂ ਹੈ ਤਾਂ ਇਹਦੇ ਨਾਲ ਇਹ ਜਿਹੜਾ ਅਸੀਂ ਫॉरगिवनेस ਦਾ ਕਨਸੈਪਟ ਸਮਝਿਆ ਤਾਂ ਇਹ ਤਾਂ ਬਿਲਕੁਲ ਕਲੀਅਰ ਹੋ ਗਿਆ, ਇਹਦੇ 'ਚ ਸਾਨੂੰ ਫਿਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਹੈ। ਪੂਰੀ ਅਗਰ ਅਸੀਂ ਰਹਿਰਾਸ ਸਾਹਿਬ ਦੇਖੇ ਜਾਵਾਂਗੇ, ਪੂਰੀ ਰਹਿਰਾਸ ਸਾਹਿਬ ਦੇ ਵਿੱਚ ਇਹੀ ਚੀਜ਼ਾਂ, ਆਖਾਂ ਜੀਵਾਂ ਵਿਸਰੇ ਮਰ ਜਾਓ, ਹੈ ਨਾ, ਆਖਣ ਔਖਾ ਸਾਚਾ ਨਾਉ, ਕਿਉਂਕਿ ਕਿਸੇ ਨੂੰ ਫॉरगिव ਕਰਨਾ ਕੋਈ ਇੰਨਾ ਈਜ਼ੀ ਕੰਮ ਤਾਂ ਨਹੀਂ ਹੈ ਨਾ, ਬੜਾ ਔਖਾ ਕੰਮ ਹੈ ਕਿ ਤੁਸੀਂ ਮੈਨੂੰ ਇਤਨਾ ਦੁੱਖ ਪਹੁੰਚਾਇਆ ਔਰ ਜਦ ਤੱਕ ਮੇਰੇ ਕੋਲ ਨੌਲੇਜ ਨਹੀਂ ਹੈ, ਜਦ ਤੱਕ ਮੇਰੇ ਕੋਲ ਸਮਝ ਨਹੀਂ ਹੈ, ਤੇ ਮੇਰੇ ਲਈ ਤੁਹਾਨੂੰ ਮਾਫ ਕਰਨਾ ਕੋਈ ਇਤਨਾ ਈਜ਼ੀ ਨਹੀਂ। ਸਮਝ ਜਦੋਂ ਆ ਗਈ ਕਿ ਮੈਂ ਪਿਆਰ ਦੇ ਨਾਲ ਹੀ, ਮੇਰੀ ਬੰਤਰ ਹੀ ਪਿਆਰ ਹੈ ਔਰ ਮੈਂ ਸਿਰਫ ਦੇਣ ਲਈ ਆਈ ਹਾਂ, ਦੇਣ ਲਈ ਆਈ ਹਾਂ, ਦੇਣ ਲਈ ਆਈ, ਜਦੋਂ ਇਸ ਸਮਝ ਦੇ ਨਾਲ
ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਾਂਗੇ ਤਾਂ ਸਾਨੂੰ ਇਹ ਸਮਝ ਆ ਜਾਏਗਾ ਕਿ ਇਹ ਸਾਰੀ ਨੌਲੇਜ ਸਾਨੂੰ ਦੇਣ ਦੀ ਇੱਛਾ कि देना है देना है देना देना की है प्रेम ही देना है और प्रेम ਦੇ ਨਾਲ ਚੀਜ਼ਾਂ ਆਟੋਮੈਟਿਕਲੀ ਕ੍ਰੀਏਟ ਹੋ ਜਾਂਦੀਆਂ ਜਿਸ ਤਰ੍ਹਾਂ ਇਹਦੇ ਚ ਇੱਕ ਪੰਕਤੀ ਆਂਦੀ ਹੈ यस काहे रे मन चितवे उद्दम जा आहर हर जियो भरिया सैल पत्थर में जंतु पाए ताका रिजिक आगे कर तरिया मेरे माधो जी सत्संगत मिले सो तरिया रहाओ जनन पिता लोक सुत बनेता कोई न किसकी तरिया सिर सिर रिजिक संभाहे ठाकर काहे मन पाओ करया उड़े उड़े आवे सह कोसा तिस का पाछे बछरे छरिया तेन कवन खिलावे कवन चुगावे मन में सिमरन करिया यानी सानू इन्हां सारे चीज़ां दे बारे सोचण दी जरूरत ही नहीं है ऑटोमैटिकली हर चीज ਉਹ ਪੱਥਰ ਨੂੰ ਵੀ ਚੀਜ਼ ਦੇ ਰਿਹਾ ਰਿਜ਼ਕ ਦੇ ਰਿਹਾ ਸਾਡੇ ਨਾਲ ਲੜਾਈ ਅਸੀਂ ਕਿਉਂ ਕਰਨੇ ਆ ਕਿ ਤੂੰ ਮੈਨੂੰ ਇਹ ਚੀਜ਼ ਕੰਮ ਕਰ ਰੋਕਤਾ ਤੂੰ ਮੇਰੀ ਇਹ ਚੀਜ਼ ਲੈ ਲਈ ਪ੍ਰਾਪਰਟੀ ਲਈ ਲੜਦੇ ਆ ਤੂੰ ਮੇਰੀ ਇੱਜ਼ਤ ਨਹੀਂ ਕੀਤੀ ਇਹ ਸਾਰੀਆਂ ਚੀਜ਼ਾਂ ਨਹੀਂ ਤਾਂ ਇਹ ਸਾਰੀ ਨੌਲੇਜ ਜਿਹੜੀ ਹੈ ਸਾਨੂੰ ਰਹਿਰਾਸ ਸਾਹਿਬ ਤੋਂ ਮਿਲਦੀ ਚਲੀ ਜਾ ਰਹੀ ਹੈ ਫਿਰ ਅਸੀਂ ਅਗਰ ਥੈਂਕਸ ਦੀ ਗੱਲ ਕਰੀਏ ਤਾਂ ਫਿਰ ਉਹੀ ਧੰਨਵਾਦ ਦਾ ਭਾਵ ਆਨੰਦ ਸਾਹਿਬ ਦੇ ਵਿੱਚ ਆ ਜਾਂਦਾ ਹੈ ਪ੍ਰਿਆ ਅਸੀਂ ਜਿਹੜੀਆਂ ਕੀਤਾ ਲੋੜੀਏ ਕੰਮ ਸੋ ਹਰ ਪਿਆ ਕੀਏ ਜਾਂ ਜਿਹੜੇ ਬੇਨਤੀ ਦੇ ਸ਼ਬਦ ਆ ਜਾਂਦੇ ਨੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਐਂਡ ਦੇ ਵਿੱਚ ਜਦੋਂ ਅਸੀਂ ਆ ਕੇ ਕਰਨੇ ਆ ਕਿ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਿਨਾਸੀ ਕਰਮੇ ਪਾਇਆ ਸੇਵ ਕਰੀ ਪਲਚਸਾ ਨਾ ਵਿਚੜਾ ਜਨ ਨਾਨਕ ਦਾਸ ਤੁਮਾਰੇ ਜਿਓ ਸੋ ਇਹ ਸਾਰੇ ਥੈਂਕਸ ਦੇ ਭਾਵ ਆਨੰਦ ਸਾਹਿਬ ਦਾ ਭਾਵ ਪੂਰੀ ਥੈਂਕਸ ਦੇ ਨਾਲ ਉਸ ਧੰਨਵਾਦ ਦੇ ਭਾਵ ਦੇ ਨਾਲ ਬਣਿਆ ਕਿ ਬਾਬਾ ਜੀ ਸੁਖਮਨੀ ਸਾਹਿਬ ਦਾ ਵੀ ਅਸੀਂ ਇੱਕ ਵਾਰ ਪਾਠ ਦੇਖੀਏ ਤਾਂ ਧੰਨਵਾਦ ਦਾ ਭਾਵ ਹੈ ਕਿ ਤੂੰ ਮੈਨੂੰ ਦੁੱਧ ਦਿੱਤਾ ਰੋਟੀ ਦਿੱਤੀ ਮਾਂ-ਬਾਪ ਦਿੱਤੇ ਜਦੋਂ ਮੈਨੂੰ ਹਰ ਚੀਜ਼ ਇਹ ਸਾਰੇ ਕਨਸੈਪਟ ਸਾਨੂੰ ਇਹ ਨਿਤਨੇਮ ਦੀ ਬਾਣੀ ਦੇ ਵਿੱਚ ਪਿਰੋ ਕੇ ਦੇ ਦਿੱਤੇ ਗਏ ਨੇ ਖਾਲੀ ਅਸੀਂ ਕਰਨਾ ਕੀ ਸੀ ਜਦੋਂ ਅਸੀਂ ਇਹ ਪਾਠ ਕਰਨੇ ਸੀਗੇ ਸਿਰਫ ਸੋਚ ਕੇ ਨਹੀਂ ਸੀ ਕਰਨੇ ਰਸਨਾ ਦੇ ਨਾਲ ਨਹੀਂ ਸੀ ਕਰਨੇ ਉਹਦੇ ਨਾਲ ਦਿਲ ਨੂੰ ਸ਼ਾਮਿਲ ਕਰਨਾ ਸੀ ਫੀਲ ਕਰਨਾ ਸੀ ਉਹਨਾਂ ਪੰਕਤੀਆਂ ਨੂੰ ਫੀਲ ਕਰਕੇ ਅਸੀਂ ਇਸ ਪਾਠ ਨੂੰ ਕਰਨਾ ਸੀ ਤੇ ਆਟੋਮੈਟਿਕਲੀ ਇਹ ਫਾਰਮੂਲਾ ਆਟੋਮੈਟਿਕਲੀ ਅਸੀਂ ਕ੍ਰੀਏਟ ਕਰ ਲੈਣਾ ਸੀ ਪੰਜ ਬਾਣੀਆਂ ਦਾ ਪਾਠ ਕਰਦੇ ਕਰਦੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਾਰਾ ਕੁਝ ਕ੍ਰੀਏਟ ਹੋ ਜਾਣਾ ਸੀ ਜਿਸ ਦੀ ਸਾਨੂੰ ਤਮੰਨਾ ਹੈ ਜਿਹੜੀਆਂ ਚੀਜ਼ਾਂ ਨੂੰ ਮੈਨੀਫੈਸਟ ਕਰਨ ਲਈ ਇਸ ਧਰਤੀ ਦੇ ਉੱਤੇ ਅਸੀਂ ਆਏ ਹਾਂ ਕਿਉਂਕਿ ਪਰਮਾਤਮਾ ਨੇ ਤਾਂ ਹਰ ਚੀਜ਼ ਮੇਰੇ ਲਈ ਬਣਾ ਦਿੱਤੀ ਹੈ ਅਗਰ ਬੱਚਾ ਸਕੂਲ 'ਚ ਜਾ ਕੇ ਪੜ੍ਹਦਾ ਨਹੀਂ ਹੈ ਤਾਂ ਇਹਦੇ 'ਚ ਟੀਚਰ ਦਾ ਕਸੂਰ ਤਾਂ ਨਹੀਂ ਹੈ ਟੀਚਰ ਤਾਂ ਉਹਨੂੰ ਪੜ੍ਹਾ ਹੀ ਰਹੀ ਹੈ ਨਾ एक बच्चा लेके आ रहा है और एक बच्चा बेचारा फेल होके आ रहा है तो टीचर का कसूर नहीं है बच्चे ने ग्रैस्प नहीं किया बच्चे ने चीज़ों को नहीं लिया है फिर हुण आ जाता है आमीन आमीन का मतलब कि डन हो गया भी तेरा जो तू कह दिता और डन जिस तरह जज ने मोहर लगा दी काम खत्म हो गया उस तो अगे कुछ बोलने की जरूरत ही नहीं है सानू उस कानून के उत्ते पूरा विश्वास हो गया और अगर असी कहिए कि सानू शब्द बोलते हैं वाहिगुरु जी का खालसा वाहिगुरु जी की फतेह हर तो बाद असी जयकारा लगाने लेकिन असी जयकारा किदां लगा देने बिना सोचे समझे मतलब कुछ नहीं पता बस जयकारे लगाए जोश आ जाता है जयकारे 5 छड़ने 11 छड़ देने है ना हुण इन्ने छड़िया इन्ने उस तो उच्ची आवाज च मैं बोलना है उस तो उच्ची आवाज जयकारा असी देखो कि हमेशा उच्ची तो उच्ची आवाज च बोलते हैं और कहते कि मैं नहीं सुनिया होर उच्ची लगाओ जी जयकारा लगाने का मतलब की है कि असी जो कुछ भी इत्थे डन किया जो कुछ भी असी पढ़िया जो कुछ भी असी सुनिया जो कुछ भी असी कीता डन दी फीलिंग आ गई मोहर लग गई उत्ते कि यस यही होएगा वाहिगुरु जी का खालसा यानी उस प्योरिटी नु खालस प्योरिटी उस प्योरिटी नु धन्यवाद कह लिए क्योंकि वाह कदों निकलती है जदों असी मैसमराइज हो जाने किसी चीज नु बड़ी किसी चीज की उम्मीद नहीं होती और अचानक कोई चीज साडे कोल सामने प्रगट हो जाती है तो वाह और एक गुरु ही ऐसा है जिसनों असी देख के सब तो ज्यादा खुशी सानू क्योंकि असी उस चीज की गल कर रहे हैं हायर सैल्फ के नाल मिलन दी तो गुरु तो अलावा बेस्ट चीज तो कोई हो ही नहीं सकती क्योंकि यह गुरु ही है जिन्हें सानू परमात्मा के नाल मिलाना है ना असी कहने हैं ना कि कबीर जी का बहुत सोहना श्लोक है गुरु गोबिंद दो खड़े काके लागों पाए बलिहारी गुरु आपने जिन गोबिंद दियो मिलाए गोबिंद नु मिलाएगा कौन गुरु गुरु ने सानू मिलाना है जो असी गुरु नु देखदे हां गुरु की है टीचिंग्स हुण गुरु ग्रंथ साहब च की ने टीचिंग्स ने ना सारियां उन्हां दी गुरु साहब दी टीचिंग्स गुरु ग्रंथ साहब दे विच दर्ज ने और जदों इस टीचिंग्स नु असी इन्हां दे जो भी हुक्मनामा आया जो भी फार्मूला बाबा जी ने दिता जिहड़ी भी पंक्ति आ गई जदों उस पंक्ति दे नाल असी अपना जीवन शुरू करदे हां
ਉਸ ਜੀਵਨ ਨੂੰ ਉਸ ਦੇ ਉੱਤੇ ਟੁਕਾ ਲੈਂਦੇ ਆ, ਉਸ ਜੀਵਨ ਦੇ ਨਾਲ ਆਪਣੀ ਜੀਵਨ ਯਾਤਰਾ ਸ਼ੁਰੂ ਕਰ ਲੈਂਦੇ ਆ ਤੇ ਵਾਹ ਦੀ ਫੀਲਿੰਗ ਆਪਣੇ ਆਪ ਹੀ ਆ ਜਾਂਦੀ ਹੈ, ਆਪਣੇ ਆਪ ਹੀ ਧੰਨਵਾਦ ਆਟੋਮੈਟਿਕਲੀ। ਵਾਹਿਗੁਰੂ ਜੀ ਕਾ ਖਾਲਸਾ, ਫਿਰ ਮੋਰ ਲੱਗੇ ਵਾਹਿਗੁਰੂ ਜੀ ਕੀ ਫਤਿਹ ਕਿ ਯਸ ਉਸ ਪਿਓਰਿਟੀ ਦੀ ਹੀ ਜਿੱਤ ਹੋਣ ਵਾਲੀ ਹੈ, ਹੋਰ ਕਿਸੇ ਦੀ ਜਿੱਤ ਨਹੀਂ ਹੋਣ ਵਾਲੀ। ਮੈਨੂੰ ਇਸ ਕਾਨੂੰਨ ਦੇ ਉੱਤੇ ਪੂਰਾ ਵਿਸ਼ਵਾਸ ਹੈ, ਜੋ ਇਸ ਗੁਰੂ ਸਾਹਿਬ ਦਾ ਕਾਨੂੰਨ ਹੈ, ਜਿਹੜਾ ਲਾਅ ਆਫ ਨੇਚਰ ਹੈ ਨਾ, ਸਾਨੂੰ ਉਹਦੇ ਤੇ ਪੂਰਾ ਦਾ ਪੂਰਾ 100% ਯਕੀਨ ਹੈ ਕਿ ਇਹ ਗੱਲ ਹੋ ਚੁੱਕੀ, ਕਿਉਂਕਿ ਇੱਕ ਵਾਰੀ ਉਸ ਗੁਰੂ ਸਾਹਿਬ ਦੇ ਉੱਥੋਂ ਮੋਹਰ ਲੱਗ ਗਈ ਤੇ ਬਾਕੀ ਚੀਜ਼ਾਂ ਆ ਹੀ ਜਾਣਗੀਆਂ। ਇਹਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਲਈਏ ਕਿ ਜਦੋਂ ਇੱਕ ਪਲੇਨ ਦੇ ਉੱਤੇ ਇੱਕ ਚੀਜ਼ ਹੋ ਚੁੱਕੀ ਹੁੰਦੀ ਹੈ, ਫਿਜ਼ੀਕਲ ਬਾਡੀ ਤੱਕ ਸਾਨੂੰ ਦੇਖਣ ਦੇ ਵਿੱਚ ਉਹਨੂੰ ਥੋੜੀ ਜਿਹੀ ਸਮੇਂ ਲੱਗਦਾ ਹੈ। ਜਿਸ ਤਰ੍ਹਾਂ ਅਸੀਂ ਅਗਰ ਬਿਮਾਰੀ ਦੀ ਵੀ ਗੱਲ ਕਰ ਲਈਏ ਤਾਂ ਬਿਮਾਰੀ ਵੀ ਅਗਰ ਹੋ ਰਹੀ ਹੈ ਤਾਂ ਪਹਿਲੇ ਥਾਟ ਪ੍ਰੋਸੈਸ ਸਾਡਾ ਵਿਗੜਿਆ, ਥਾਟ ਪ੍ਰੋਸੈਸ ਵਿਗੜਨ ਦੇ ਨਾਲ ਮੇਰੇ ਅੰਦਰ ਜਿਹੜੀ ਮੰਨ ਲਓ ਲਵ ਐਨਰਜੀ, ਪਿਆਰ ਦੀ ਹਾਰਟ ਦੀ ਗੱਲ ਕਰ ਲਈਏ, ਮੈਨੂੰ ਕਿਸੇ ਦੇ ਉੱਤੇ ਗ੍ਰਜਿਸ ਆ ਗਏ, ਗੁੱਸੇ ਆ ਗਏ, ਤੇ ਹੁਣ ਗ੍ਰਜਿਸ ਆਉਣ ਦੇ ਨਾਲ ਮੈਂ ਆਪਣੀ ਲਵ ਐਨਰਜੀ ਨੂੰ ਜਿੰਨਾ ਮੈਨੂੰ ਹਾਰਟ ਚ ਫਲੋ ਕਰਨਾ ਸੀ ਉਹਨੂੰ ਮੈਂ ਰੋਕ ਲਿਆ। ਰੋਕਣ ਦੇ ਨਾਲ ਕੀ ਹੋ ਗਿਆ ਕਿ ਹੁਣ ਮੇਰੇ ਹਾਰਟ ਨੂੰ ਲਵ ਐਨਰਜੀ ਨਹੀਂ ਮਿਲ ਰਹੀ, ਹਾਰਟ ਮੇਰਾ ਪਰੇਸ਼ਾਨ ਹੈ, ਲਵ एनर्जी और ना तो ले रहा है ना ही दे पा रहा, ब्लॉक हो चुका है। लेकिन हार्ट अटैक मैंने तुरंत नहीं आ जाता। ब्लॉकेज जदों असी देखण जाने आ ते उत्थे जदों असी चेकअप कराने आ ते ओदे सानू की कहंदे ने 80% ब्लॉकेज हो चुकी है, 90% ब्लॉकेज हो चुकी है। अरे 80-90% ब्लॉकेज होगी, सानू पता ही नहीं चलिया, इस तरह किस तरह। तो जदों असी ਇਹ ਚੀਜ਼ ਨੂੰ ਕਰਨੇ ਆ, ਕਲੇਮ ਕਰਦੇ ਆ, ਆਮੀਨ ਕਹਿੰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਸ ਟਾਈਮ ਦੇ ਉੱਤੇ ਉਹ ਜਿਸ ਵਾਸਤੇ ਅਸੀਂ ਇਹ ਕਹਿ ਦਿੱਤਾ ਉਹ ਚੀਜ਼ ਸਾਡੇ ਫਿਜ਼ੀਕਲ ਲੈਵਲ ਦੇ ਵਿੱਚ ਨਹੀਂ ਹੋਈ, ਲੇਕਿਨ ਇੱਕ ਪ੍ਰੋਸੈਸ ਉਹਦਾ ਸ਼ੁਰੂ ਹੋ ਚੁੱਕਾ ਹੈ, ਇੱਕ ਪਲੇਨ ਦੇ ਉੱਤੇ ਪ੍ਰੋਸੈਸ ਉਹਦਾ ਸ਼ੁਰੂ ਹੋ ਚੁੱਕਾ ਹੈ। ਸਾਡੇ ਤੱਕ ਆਉਣ ਚ ਨੂੰ ਦਿੱਕਤ ਲੱਗੇਗੀ, ਸਾਡੇ ਤੱਕ ਤਾਂ ਉਦੋਂ ਆਏਗੀ ਜਦੋਂ ਹਾਰਟ 80% 90% ਕੰਮ ਕਰਨਾ ਬੰਦ ਕਰ ਦੇਗਾ, ਉਦੋਂ ਸਾਨੂੰ ਸਟ੍ਰੋਕ ਆਏਗਾ ਜਾਂ ਅਟੈਕ ਆਏਗਾ, ਜੋ ਕੁਝ ਉਸ ਟਾਈਮ ਦੇ ਉੱਤੇ ਹੋਏਗਾ। ਉਨੀ ਦੇਰ ਤੱਕ ਤਾਂ ਵਿਚਾਰਾ ਖਿੱਚਦਾ ਚਲਾ ਜਾਏਗਾ, ਉਹਨੂੰ ਉਹ ਕੁਝ ਨਹੀਂ ਹੈ। ਲੇਕਿਨ ਹਾਂ ਪ੍ਰੋਸੈਸ ਸ਼ੁਰੂ ਹੋ ਚੁੱਕਾ ਉੱਤੇ ਬਿਮਾਰੀ ਦਾ, ਸਾਹਮਣੇ ਆਉਣ ਨੂੰ ਟਾਈਮ ਲੱਗਾ। ਠੀਕ ਇਸੇ ਤਰੀਕੇ ਨਾਲ ਜਦੋਂ ਅਸੀਂ ਇੱਕ ਹਾਇਰ ਪ੍ਰੋਸੈਸ ਦੇ ਨਾਲ, ਹਾਇਰ ਸੈਲਫ ਦੇ ਨਾਲ, ਇਹ ਸਾਰੇ ਥਾਟ ਪ੍ਰੋਸੈਸ ਨਾਲ ਜਿਹੜੀ ਸਾਨੂੰ ਇਹ ਹੁਣ ਮਿਲ ਚੁੱਕਾ ਹੈ ਇੱਕ ਫਾਰਮੂਲਾ, ਜਦੋਂ ਅਸੀਂ ਇਸ ਫਾਰਮੂਲੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਾਂਗੇ ਤੇ ਅਸੀਂ ਤੁਰੰਤ जिस तरह, क्योंकि ਅਸੀਂ थॉट प्रोसेस अपना क्लियर कर लिया और उस तो बाद ਅਸੀਂ ਦਸੀਏ ਜਦੋਂ ਇਹ कहता ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਆਮੀਨ, तो ਇਹਦਾ मतलब डन हो चुका। बाकी ਦਾ प्रोसेस ऑटोमेटिकली अंदर होना शुरू हो जाएगा। आई होप ਅਸੀਂ ਇਹ ਫਾਰਮੂਲੇ ਨੂੰ ਬਿਲਕੁਲ क्लियर कर लिया होएगा, ਤੇ अगर ਅਸੀਂ बिल्कुल ओके थैंक्स। तो अगर ਅਸੀਂ क्लियर कर लिया तो ਅਸੀਂ ਹੁਣ ਧਿਆਨ ਦੀ ਤਰਫ ਜਾਵਾਂਗੇ, ਕਿਉਂਕਿ ਜਿਸ ਤਰ੍ਹਾਂ ਉਹਨੇ ਕਿਹਾ ਕਿ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋ ਪਾਏ, ਬਲਿਹਾਰੀ ਗੁਰੂ ਆਪਨੇ ਜਿਨ ਗੋਬਿੰਦ ਦਿਓ ਮਿਲਾਏ। ਅਗਰ ਅਸੀਂ ਇਸ ਮਹਾਵਾਕਿਆ ਦੇ ਅਨੁਸਾਰ ਵੀ ਆਪਣੇ ਆਪ ਨੂੰ ਦੇਖੀ ਤੇ ਸਵਾਸ ਜਿਹੜੇ ਨੇ ਇਹੀ ਇੱਕ ਚੀਜ਼ ਹੈ ਜੋ ਹਰ ਵਕਤ, ਕਿਉਂਕਿ ਅਗਰ ਸੁਖਮਨੀ ਸਾਹਿਬ ਦੀ ਪੜ੍ਹੀਏ ਕਿ ਗੁਰੂ ਹਮੇਸ਼ਾ ਨਾਲ ਰਹਿੰਦਾ ਹੈ, तो अगर ਅਸੀਂ ਦੇਖੀਏ ਤੇ ਸਾਡੇ ਨਾਲ ਹਮੇਸ਼ਾ ਕੌਣ ਰਹਿੰਦਾ ਹੈ, ਐਂਡ ਟਾਈਮ ਤੱਕ ਸਾਡੇ ਨਾਲ ਕੌਣ ਰਹਿੰਦਾ, ਨਾ ਸਾਡੀ ਅੱਖਾਂ ਨਾਲ ਸਾਰੀਆਂ ਚੀਜ਼ਾਂ ਸਾਡੇ ਸਾਥ ਛੋੜ ਜਾਂਦੇ ਨੇ, ਲੇਕਿਨ ਇੱਕ ਚੀਜ਼ ਹੈ ਜਿਹੜੀ ਸਾਡੀ ਸਾਹ ਨਹੀਂ ਛੋੜਦੀ, ਉਹ ਹੈ ਸਵਾਸ। ਸਵਾਸ ਸਾਡੇ ਨਾਲ ਹਮੇਸ਼ਾ ਰਹਿੰਦੇ ਨੇ, ਜਦ ਤੱਕ ਸਵਾਸ ਨਹੀਂ ਸਾਡੀ ਬੋਡੀ ਜੀਂਦੀ ਹੈ ਨਾ। ऑर्गन्स अंदर काम करते रहते ने, श्वास रुकन तो बाद भी, ताई तो असी ऑर्गन्स आजकल देन दा सानू समझ चल गई नहीं, असी ऑर्गन्स जदों आदमी शरीर छोड़ भी देंदा तो लोग अपना किसी ना किसी तरीके नाल नकली दे के वेंटिलेटर ते इधर उधर रख के उस तुहाडी बॉडी नू चलांदे रहंदे ने कुछ घंटियां लई, लेकिन श्वास साडा शरीर छोड़ देंदे ने। डॉक्टर कह देंदे ना ही और शी इज नो मोर, गल खत्म हो गई। ए हुण ਇਹਦੇ ਚ ਉਹ ਜ਼ਿੰਦਾ ਚੀਜ਼ ਨਹੀਂ, ਤਾਂ ਸਵਾਸ ਹੀ ਕੈਸੇ ਨੇ ਜਿਹੜੇ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਔਰ ਇਹ ਸਵਾਸ ਹੀ ਸਾਨੂੰ ਗੁਰੂ ਦੇ ਨਾਲ ਮਿਲਾਉਣ ਦਾ ਸਾਧਨ ਨੇ। ਤਾਂ ਸਵਾਸ ਨੂੰ ਅਸੀਂ ਇਹਦੀ ਅਹਿਮੀਅਤ ਕਿਉਂਕਿ ਕਿਹਾ ਨਾ, ਅਸੀਂ ਦਿਲ ਦੇ ਨਾਲ ਚੀਜ਼ਾਂ ਨਹੀਂ ਪੜੀਆਂ, ਨਿਤਨੇਮ ਤੋਂ ਕੀਤਾ, ਦਿਨ ਰਾਤ ਨਿਤਨੇਮ ਕਰਨੇ ਆ, 5 ਸੁਖਮਨੀ ਸਾਹਿਬ ਦੇ ਪਾਠ ਕਰ ਲੈਣੇ ਆ, ਲੇਕਿਨ ਕਿਉਂਕਿ ਦਿਲ ਨਹੀਂ ਜੋੜਿਆ ਉਹਦੇ ਨਾਲ, ਪਾਠ ਕਰਨਾ ਹੈ ਇਸ ਪਿੱਛੇ ਕਰ ਦਿੱਤਾ, ਗੁਰੂ ਦੀ ਆਗਿਆ ਹੈ ਇਸ ਪਿੱਛੇ ਕਰ ਦਿੱਤਾ। ਐਸੇ ਤਰੀਕੇ ਦੇ ਨਾਲ ਅੱਜ ਕੱਲ ਜਿਹੜੇ ਹੁਣ ਪੜ੍ਹਾਈਆਂ ਹੋ ਰਹੀਆਂ ਨੇ, ਲੋਕੀ ਬ੍ਰੇਨ ਤੋਂ ਚੀਜ਼ਾਂ ਕਰਕੇ ਆ ਰਹੇ ਨੇ, ਕਿਉਂਕਿ ਮੈਂ ਹੁਣ ਪਿੱਛੇ ਵੀ ਕਿਸੇ ਦੇ ਨਾਲ ਇਸ ਤਰ੍ਹਾਂ ਹੀ ਕੁਝ ਚੀਜ਼ਾਂ ਹੋ ਗਈਆਂ ਕਿ ਕੁਝ ਮੈਨੂੰ ਕਰਵਾਉਣਾ ਸੀਗਾ, ਔਰ ਮੈਂ ਜਿਹੜੇ ਉਹਨਾਂ ਦੇ ਬੜੇ
ਜਿਨ੍ਹਾਂ ਨੇ ਪੂਰੀ ਪੜ੍ਹਾਈਆਂ ਕੀਤੀਆਂ ਹੋਈਆਂ ਸੀ, ਮੈਂ ਉਹਨਾਂ ਕੋਲ ਜਾ ਕੇ ਪੁੱਛ ਰਹੀ ਸੀ ਵੀ ਇਹ ਚੀਜ਼ ਫੋਨ ਨਾਲ ਰਿਲੇਟਡ ਹੀ ਕੋਈ ਕੰਮ ਸੀ ਵੀ ਇਹ ਕਿਸ ਤਰ੍ਹਾਂ ਹੋਣਾ ਹੈ, ਕਿਸ ਤਰ੍ਹਾਂ ਹੋਣਾ ਹੈ, ਕਿਉਂਕਿ ਉਹਨਾਂ ਲੋਕਾਂ ਨੇ ਬੁਕਿਸ਼ ਨੌਲੇਜ ਸੀਗੀ, ਤਾਂ ਉਹ ਸਾਰਿਆਂ ਨੇ ਕਹਿਤਾ ਜੀ ਇਹ ਕੰਮ ਤਾਂ ਹੋ ਹੀ ਨਹੀਂ ਸਕਦਾ, ਇਹ ਇਸ ਤਰ੍ਹਾਂ ਤਾਂ ਇਹ ਚੀਜ਼ ਤਾਂ ਹੋ ਹੀ ਨਹੀਂ ਸਕਦੀ। ਮੈਂ ਕਿਹਾ ਵੀ ਇਹ ਨਹੀਂ ਹੋ ਸਕਦੀ, ਮੇਰੀ ਬੇਟੀ ਤਾਂ ਕਰਦੀ ਹੈ। ਲੇਕਿਨ ਬੜੇ ਬੜੇ ਲੋਕਾਂ ਕੋਲ ਮੈਂ ਗਈ, ਲੇਕਿਨ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਕਿਹਾ, ਲੇਕਿਨ ਮੇਰੀ ਬੇਟੀ ਨੇ ਤੁਰੰਤ ਕਰਕੇ ਦੇ ਦਿੱਤਾ। ਕਿਉਂ? ਉਹਦੇ ਕੋਲ ਬੁਕਿਸ਼ ਨੌਲੇਜ ਨਹੀਂ ਸੀ, ਐਕਸਪੀਰੀਅੰਸ ਸੀਗਾ। ਐਕਸਪੀਰੀਅੰਸ ਕੀ? ਦਿਲ ਦੇ ਨਾਲ। ਜਦੋਂ ਅਸੀਂ ਦਿਲ ਦੇ ਨਾਲ ਕੋਈ ਕੰਮ ਕਰਦੇ ਹਾਂ ਉਦੋਂ ਹੀ ਅਸੀਂ ਐਕਸਪੈਂਡ ਹੁੰਦੇ ਹਾਂ। ਵਿਚਾਰਾਂ ਦੀ ਦੁਨੀਆ ਬਹੁਤ ਛੋਟੀ ਜਿਹੀ ਹੈ, ਤੇ ਅਸੀਂ ਹੁਣ ਦਿਲ ਦੇ ਉੱਤੇ ਸ਼ਿਫਟ ਹੋ ਰਹੇ ਜਾ ਰਹੇ ਹਾਂ, ਔਰ ਦਿਲ ਦੇ ਉੱਤੇ ਸ਼ਿਫਟ ਹੋਣ ਲਈ ਧਿਆਨ ਦੇ ਵਿੱਚ ਉਤਰਨਾ ਬਹੁਤ ਜ਼ਰੂਰੀ ਹੈ। ਐਸੇ ਕਰਕੇ ਇਸ ਬੁੱਕ ਨੂੰ, ਕਿਉਂਕਿ ਸਾਡੇ ਅਸੀਂ ਸਿੱਖ ਹਾਂ, ਮੈਂ ਵੀ ਸਿੱਖ ਹਾਂ, ਮੈਨੂੰ ਵੀ ਧਿਆਨ ਦਾ ਕਨਸੈਪਟ ਸਮਝਣ ਨੂੰ ਬਹੁਤ ਟਾਈਮ ਲੱਗ ਗਿਆ, ਕਿਉਂਕਿ ਸਾਨੂੰ ਕੀਰਤਨ ਸੁਣਨ ਨੂੰ ਕਿਹਾ ਗਿਆ ਕਿ ਅਸੀਂ ਕੀਰਤਨ ਅੱਖ ਬੰਦ ਕਰਕੇ ਸੁਣਨਾ ਹੈ, ਕੋਈ ਮੂਵਮੈਂਟ ਨਹੀਂ ਕਰਨੀ ਹੈ, ਸਥਿਰ ਹੋ ਕੇ ਅਸੀਂ ਮੂਵਮੈਂਟ ਸੁਣਨਾ ਹੈ। ਐਕਚੁਅਲੀ ਤਾਂ ਜਦੋਂ ਅਸੀਂ ਕੀਰਤਨ ਸੁਣ ਰਹੇ ਹੁੰਦੇ ਆ ਤੇ ਅਸੀਂ ਮੂੰਹ ਬੋਲਣਾ ਵੀ ਨਹੀਂ ਹੁੰਦਾ। ਇਹ ਅੱਜ ਕੱਲ੍ਹ ਅਸੀਂ ਲੋਕ ਪ੍ਰੈਕਟਿਸ ਕਰਾਣੀ ਸ਼ੁਰੂ ਕਰ ਦਿੱਤੀ ਹੈ, ਲੇਕਿਨ ਜਦੋਂ ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਸਿਰਫ ਸੁਣਨਾ ਹੁੰਦਾ ਸੀ ਉਸ ਬਾਣੀ ਨੂੰ। ਕੀਰਤਨ ਚੱਲ ਰਿਹਾ, ਤਬਲੇ ਦੀ ਥਾਪ ਹੋ ਰਹੀ ਹੈ, ਔਰ ਜਿਹੜੇ ਇੰਸਟਰੂਮੈਂਟ ਹੁੰਦੇ ਸੀ ਉਹ ਦੂਸਰੇ ਇੰਸਟਰੂਮੈਂਟ, ਵਾਜਾ ਨਹੀਂ ਸੀ ਹੁੰਦਾ, ਦਿਲਰੁਬਾ ਔਰ ਇਹੋ ਜਿਹੇ ਤਾਊਸ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਜਿਹਦੇ ਨਾਲ ਸਾਡਾ ਮਾਈਂਡ ਜਿਹੜਾ ਹੈ ਨਾ ਉਹ ਟਿਊਨਡ ਹੋ ਜਾਂਦਾ ਸੀ। ਮਾਈਂਡ ਟਿਊਨਡ ਹੋ ਗਿਆ, ਉੱਪਰੋਂ ਸ਼ਬਦ ਆ ਰਿਹਾ, ਅਸੀਂ ਸੁਣੀ ਜਾ ਰਹੇ ਹਾਂ, ਔਰ ਸ਼ਬਦ ਦੀ ਗਹਿਰਾਈ ਦੇ ਵਿੱਚ ਆਟੋਮੈਟਿਕਲੀ ਜਾਂਦੇ ਸੀ, ਔਰ ਮੈਡੀਟੇਟ ਹੋ ਜਾਂਦਾ ਸੀ ਸਾਡੇ ਕੋਲੋਂ। ਮੈਡੀਟੇਸ਼ਨ ਸਾਨੂੰ ਕਰਨੀ ਨਹੀਂ ਸੀ ਪੈਂਦੀ, ਅਸੀਂ ਮੈਡੀਟੇਟਿਵ ਸਟੇਟ ਦੇ ਵਿੱਚ ਆਟੋਮੈਟਿਕਲੀ ਚਲੇ ਜਾਂਦੇ ਸੀ। ਲੇਕਿਨ ਅੱਜ ਕੱਲ ਇੰਨੀ ਡਿਸਟਰਬੈਂਸ ਸਾਰੇ ਪਾਸੇ ਹੋ ਗਈ ਹੈ ਕਿ ਸਾਨੂੰ ਆਪਣੇ ਮਨ ਨੂੰ ਬਿਠਾਣਾ ਪੈਂਦਾ ਹੈ, ਕਿਉਂਕਿ ਗੁਰਦੁਆਰੇ ਵੀ ਅਸੀਂ ਕੀਰਤਨ ਸੁਣਨ ਨਹੀਂ ਜਾਂਦੇ, ਗੁਰਦੁਆਰੇ ਵੀ ਅਸੀਂ ਕਿਸੇ ਹੋਰ ਭਾਵ ਦੇ ਨਾਲ ਹੀ ਜਾਂਦੇ ਹਾਂ, ਮੱਥਾ ਟੇਕਿਆ, ਪ੍ਰਸ਼ਾਦ ਲਿਆ, ਤੁਰੰਤ ਬਾਹਰ ਆ ਗਏ। ਤਾਂ ਉਹ ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਸੀਗਾ ਕੀਰਤਨ ਸੁਣਨ ਦਾ, ਕਿਉਂਕਿ ਗੁਰਦੁਆਰੇ ਜਾ ਕੇ ਆਸਾ ਦੀ ਵਾਰ ਸੁਣਨੀ, ਔਰ ਸੁਣਨੀ ਵੀ ਕੀ ਕਿਹਾ, ਆਸਾ ਦੀ ਵਾਰ ਜਾ ਕੇ ਗੁਰਦੁਆਰੇ ਸੁਣੋ। ਬਾਕੀ ਦੇ ਪਾਠ ਅਸੀਂ ਅਗਰ ਘਰ ਬੈਠ ਕੇ ਕਰ ਸਕਦੇ ਹਾਂ, ਤਾਂ ਆਸਾ ਦੀ ਵਾਰ ਵੀ ਮੈਂ ਘਰ ਬੈਠ ਕੇ ਕਰ ਸਕਦੀ ਹਾਂ, ਕੋਈ ਜ਼ਰੂਰਤ ਨਹੀਂ ਹੈ ਮੈਨੂੰ ਗੁਰਦੁਆਰੇ ਜਾ ਕੇ ਸੁਣਨ ਦੀ। ਲੇਕਿਨ ਕਿਹਾ ਗਿਆ ਨਹੀਂ, ਆਸਾ ਦੀ ਵਾਰ ਤੁਸੀਂ ਜਾ ਕੇ ਗੁਰਦੁਆਰੇ ਸੁਣੋ, ਹੈ ਨਾ। ਅਗਰ ਸਾਨੂੰ ਪੁਰਾਣੇ ਅਸੀਂ ਫਰੋਲੀਏ ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਇਹ ਬਾਣੀਆਂ ਅਸੀਂ ਘਰ ਕਰਨੀਆਂ ਨੇ, ਇਹ ਸਿਸਟਮ ਕਰਨੀਆਂ ਹੈ ਰਾਤ। ਯਸ, ਕੀਰਤਨ ਸੋਹਿਲਾ ਦੀ ਵੀ ਅਸੀਂ ਗੱਲ ਕਰ ਲਈਏ ਤਾਂ ਕੀਰਤਨ ਸੋਹਿਲਾ ਵੀ ਇਹੀ ਚੀਜ਼ ਹੈ, ਆਮੀਨ ਵਾਲਾ ਹੀ ਪ੍ਰੋਸੈਸ ਕਿ ਯਸ ਡਨ। ਅਸੀਂ ਉਸ ਨੂੰ ਵੀ, ਕੀਰਤਨ ਸੋਹਿਲੇ ਨੂੰ ਵੀ ਕੀ ਕਰ ਦਿੱਤਾ ਕਿ ਜਦੋਂ ਬਾਬਾ ਜੀ ਦਾ ਸੁਖ ਆਸਨ ਕਰਾਂਗੇ ਉਦੋਂ ਅਸੀਂ ਇਹ ਬਾਣੀ ਪੜ੍ਹਦੇ ਹਾਂ। ਐਕਚੁਅਲੀ ਇਹ ਕਰਨਾ ਕਿ ਜਦੋਂ ਅਸੀਂ ਰਾਤੀ ਸੋਣਾ ਹੈ, ਇਹ ਡਨ ਕਰਕੇ ਸੋਣਾ ਕਿ ਬਾਬਾ ਜੀ ਤੇਰੇ ਹੁਕਮ ਦੇ ਵਿੱਚ ਅੱਜ ਦਾ ਦਿਨ ਬਤੀਤ ਕਰ ਲਿਆ, ਕੱਲ ਦਾ ਦਿਨ ਤੇਰੇ ਹੁਕਮ ਚ ਤੂੰ ਜਗਾ ਦੇਗਾ, ਤੇਰੀ ਮਰਜ਼ੀ। ਔਰ ਜਦੋਂ ਪੁਰਾਣੇ ਲੋਕੀ ਸੀ, ਉਹ ਜਦੋਂ ਸਵੇਰੇ ਉੱਠਦੇ ਹੁੰਦੇ ਸੀ, ਸਭ ਤੋਂ ਪਹਿਲਾਂ ਧੰਨਵਾਦ ਕਰਦੇ ਸੀ, ਗੁਰੂ ਸਾਹਿਬ ਤੁਹਾਡਾ ਧੰਨਵਾਦ ਅੱਜ ਦਾ ਦਿਨ ਦਿਖਾਉਣ ਲਈ। ਸ਼ੁਰੂਆਤ ਹੀ ਇੱਥੋਂ ਹੁੰਦੀ ਸੀ। ਲੇਕਿਨ ਅਸੀਂ ਲੋਕਾਂ ਨੇ ਹਰ ਚੀਜ਼ ਨੂੰ ਆਪਣੇ ਤਰੀਕੇ ਦੇ ਨਾਲ ਹੀ ਤੋਲ ਮੋਲ ਕੇ ਆਪਣੀਆਂ ਚੀਜ਼ਾਂ ਕਰ ਲਈਆਂ। ਤਾਂ ਗੱਲ ਚੱਲ ਰਹੀ ਸੀਗੀ ਕਿ ਨਿਤ ਬਾਣੀ ਸਾਨੂੰ ਸਿਸਟਮੈਟਿਕਲੀ ਦਿੱਤੀ ਗਈ, ਨਿਤਨੇਮ ਜਿਹੜੀਆਂ ਸਾਨੂੰ ਦਿੱਤਾ ਗਿਆ, ਔਰ ਆਸਾ ਦੀ ਵਾਰ ਸਾਨੂੰ ਕਿਹਾ ਗਿਆ ਕਿ ਗੁਰਦੁਆਰੇ ਜਾ ਕੇ ਸੁਣਨੀ ਹੈ। ਹੁਣ ਆਸਾ ਦੀ ਵਾਰ ਦੇ ਵਿੱਚ ਵੀ ਤੁਸੀਂ ਦੇਖੋਗੇ, ਆਸਾ ਦੀ ਵਾਰ ਚੱਲ ਰਹੀ ਹੈ, ਔਰ ਉਹਦੇ ਵਿੱਚ ਸ਼ਲੋਕ ਗਾ ਕੇ ਵੀ ਬੋਲੇ ਜਾਂਦੇ ਨੇ, ਔਰ ਚੁੱਪ ਰਹਿ ਕੇ ਵੀ ਬੋਲੇ ਜਾਂਦੇ, ਮਤਲਬ ਬਿਨਾਂ ਤਬਲੇ ਤੋਂ ਵੀ ਬੋਲੇ ਜਾਂਦੇ ਨੇ, ਬਿਨਾਂ ਸਾਜ਼ਾਂ ਦੇ ਵੀ। ਯਾਨੀ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਕਨਸੈਂਟਰੇਟ ਕਰਨਾ ਸੀ। ਕਨਸੈਂਟਰੇਟ ਜਦੋਂ ਜਿਹਨੂੰ ਅਸੀਂ ਕਨਸੈਂਟਰੇਟ ਕਰਨੇ ਆ, ਪੂਰਾ ਧਿਆਨ ਲਗਾ ਰਹੇ ਹਾਂ, ਤਾਂ ਉਹ ਸਾਡਾ ਧਿਆਨ ਹੋ ਗਿਆ। ਚੀਜ਼ ਤਾਂ ਅਸੀਂ ਸਿੱਖਣੀ ਤਾਂ ਸੀ ਗੁਰਦੁਆਰੇ 'ਚ ਜਾ ਕੇ ਕੁਝ ਹੋਰ ਸੀ, ਲੇਕਿਨ ਅਸੀਂ ਉਹ ਕਨਸੈਪਟ ਭੁੱਲ ਗਏ। ਤਾਂ ਸਾਨੂੰ ਇਹ ਨਵੇਂ ਸ਼ਬਦ ਲੈ ਕੇ ਆਉਣੇ ਪੈ ਰਹੇ ਨੇ ਕਿ ਅਸੀਂ ਧਿਆਨ ਦੇ ਵਿੱਚ ਉਤਰਨਾ ਹੈ, ਧਿਆਨ ਦੇ ਵਿੱਚ ਬੈਠਣਾ ਹੈ। ਤੇ ਜਦੋਂ ਅਸੀਂ ਬੈਠ ਕੇ, ਤੁਸੀਂ ਸੋਚੋ ਕਿ ਜਦੋਂ ਅਸੀਂ, ਮੈਂ ਆਪਣੀ ਕਹਾਂ, ਮੈਂ ਖੁਦ ਗੁਰਦੁਆਰੇ 'ਚ ਜਾ ਕੇ ਵਾਰ ਮੈਨੂੰ ਅੱਛਾ ਲੱਗਦਾ ਸੀ। ਕਿਉਂ ਅੱਛਾ ਲੱਗਦਾ ਸੀ ਮੈਨੂੰ ਨਹੀਂ ਪਤਾ। ਅਗਰ ਆਸਾ ਦੀ ਵਾਰ ਦਾ ਪੂਰਾ ਮਿਸ ਹੋ ਜਾਂਦਾ ਸੀ ਤੇ ਲੱਗਦਾ ਸੀ ਅੱਜ ਅਗਰ ਮੈਂ ਗੁਰਦੁਆਰੇ 'ਚ ਹੈਗੀ ਹਾਂ ਤਾਂ ਘਰ ਦੇ ਵਿੱਚ ਤਾਂ ਨਹੀਂ, ਤੁਸੀਂ ਗੁਰਦੁਆਰਿਆਂ 'ਚ ਜਾਈਦਾ ਸੀ ਰਹਿਣ ਵਾਸਤੇ, ਕਿਸੇ ਵੀ ਹਿਸਟੋਰੀਕਲ ਗੁਰਦੁਆਰੇ ਤੋਂ ਆਸਾ ਦੀ ਵਾਰ ਜ਼ਰੂਰ ਜਾ ਕੇ ਸੁਣਨੀ। ਫਿਰ ਜਦੋਂ ਮੈਂ ਮੈਡੀਟੇਸ਼ਨ ਦੇ ਵਿੱਚ ਆਈ ਔਰ ਇਹਨਾਂ ਚੀਜ਼ਾਂ ਨੂੰ ਪਕੜਿਆ ਤਾਂ ਮੈਂ ਸੋਚਿਆ ਕਿ ਮਿਸਿੰਗ ਕੀ ਹੋ ਗਿਆ। ਮਿਸਿੰਗ ਇਹ ਸੀਗਾ ਕਿ ਜਦੋਂ ਅਸੀਂ ਆਸਾ ਦੀ ਵਾਰ ਸੁਣਦੇ ਸੀ ਗੁਰਦੁਆਰੇ 'ਚ ਜਾ ਕੇ, ਉਹਨੂੰ ਕਾਫੀ ਵੱਡਾ ਪ੍ਰੋਸੈਸ ਹੋ ਜਾਂਦਾ ਹੈ। ਆਸਾ ਦੀ ਵਾਰ ਕੋਈ ਘੰਟੇ 'ਚ ਖਤਮ ਨਹੀਂ ਹੋ ਜਾਂਦੀ, ਉਹਨੂੰ ਲੰਬਾ ਪ੍ਰੋਸੈਸ ਚੱਲਦਾ ਹੈ। ਸ਼ਬਦ ਦੇ ਉੱਤੇ ਹੁੰਦਾ, ਕੋਈ 2.5 ਘੰਟੇ 'ਚ ਖਤਮ ਕਰ ਦਿੰਦਾ, ਕੋਈ 1.5 ਘੰਟੇ 'ਚ ਖਤਮ ਕਰ ਦਿੰਦਾ। ਹਰ ਇੱਕ ਦਾ ਆਪਣਾ ਆਪਣਾ ਪ੍ਰੋਸੈਸ ਹੈ। ਜਿੰਨੇ ਅਸੀਂ ਸ਼ਬਦ ਲਗਾ ਲਾਂਗੇ, ਜਿੰਨਾ ਸਾਨੂੰ ਟਾਈਮਿੰਗ ਉਸ ਹਿਸਾਬ ਨਾਲ ਹੁੰਦਾ ਹੈ। ਤਾਂ ਉਹਦੇ ਉੱਤੇ ਅਸੀਂ ਮੈਡੀਟੇਟ ਕਰ ਰਹੇ ਹੁੰਦੇ ਸੀ।
ਤੇ ਸਾਨੂੰ ਅਲੱਗ ਤੋਂ ਮੈਡੀਟੇਟ ਕਰਨ ਦੀ ਜਾਂ ਇਹ ਸ਼ਬਦ ਦੇਣ ਦੀ ਗੁਰੂ ਸਾਹਿਬ ਨੂੰ ਜ਼ਰੂਰਤ ਨਹੀਂ ਪਈ। ਲੇਕਿਨ ਹੁਣ ਅੱਜ ਦੇ ਟਾਈਮ ਦੇ ਵਿੱਚ ਅਸੀਂ ਉਹ ਫਲੋ ਤੋਂ ਨਿਕਲ ਗਏ, ਇਸ ਲਈ ਸਾਨੂੰ ਕਹਿਣਾ ਪੈ ਰਿਹਾ, ਧਿਆਨ ਕਹਿਣਾ ਪੈ ਰਿਹਾ ਕਿ ਅਸੀਂ ਧਿਆਨ 'ਚ ਬੈਠੀਏ, ਜਦਕਿ ਧਿਆਨ 'ਚ ਅਸੀਂ ਆਲਰੇਡੀ ਬੈਠਦੇ ਸੀਗੇ। ਤਾਂ ਅਸੀਂ ਹੁਣ ਖੂਬਸੂਰਤ ਜਿਹੇ ਧਿਆਨ ਦੀ ਤਰਫ ਜਾਵਾਂਗੇ। ਅੱਖਾਂ ਨੂੰ ਅਸੀਂ ਬੰਦ ਕਰ ਲਾਂਗੇ, ਧਿਆਨ ਸਵਾਸ ਦੇ ਉੱਤੇ ਰੱਖਾਂਗੇ। ਚਿੱਤ ਸਾਡਾ ਬਿਲਕੁਲ ਸ਼ਾਂਤ, ਬਿਲਕੁਲ ਰਿਲੈਕਸ। ਮਿਊਜ਼ਿਕ ਪਲੀਜ਼। ਸੁਖ ਆਸਨ ਦੇ ਵਿੱਚ ਬੈਠਾਂਗੇ। ਪਾਣੀ ਅਸੀਂ ਚਾਹੇ ਇੱਕ ਘੁੱਟ ਕਿਉਂ ਨਾ ਹੋਈਏ ਜ਼ਰੂਰ ਪੀਏ, ताकि एनर्जी जो है वो साड़ी बैलेंस हो जाए। म्यूजिक प्लीज मंत्रित। और सुखासन च अगर असी नहीं बैठ पा रहे तो लत्तां नूं क्रॉस कर लईए, हाथ क्रॉस कर लईए, अख साडी बंद है, चित्त बिल्कुल शांत है, बिल्कुल शांत। ध्यान श्वास पे। ब्रीद इन, breathe out. बिल्कुल मन शांत। श्वास सिर्फ देखना है, श्वास नूं आंदी जांदी श्वास नूं। चित शांत। चित शांत, ना कोई सोच, ना कोई विचार। दारू सुख रोग पया, जां सुख ताम न होई। करता
करना में नाही, ना हूँ करी ना होई। चित शांत। स्थिरम सुखम आसनम। स्थिर होके बैठना है। फिर कर बैसो हर जन प्यारे, सतगुर तुमरे काज सवारे। ध्यान श्वासां पे। चित शांत। करो बेनंती सुन मेरे मीता, संत टहल की बेला। इहाँ खाट चलो हर लाहा, आगे बसन सुहेला।
रह नारे, मन घुरमिल काज सवारे। कोठरी में कोठरी, परम कोठी विचार। विचारां नूं शुद्ध करना है। मेरा मन लोचे गुरदर्शन ताई, बिलप करे चातक की न्याय। त्रिखा न उतरे शांत न आवे, बिन देखे गुर दरबारे जियो।
वाव न लग गई, पार ब्रह्म शरण आई। चौगिर्द हमारे राम कार, दुख लगे न पाए। सतगुर पूरा भेटिया, जिन बनत बनाई। ध्यान स्वास्थ्य, ना कोई सोच, ना कोई विचार। Last 5 minutes, masters. तू तू करता तू हुआ भया, मुझ में रहा न हूँ। जब आपा पर का मिट गया, जत देखा तत तू। फील द लव, प्रेम ਨੂੰ ਮਹਿਸੂਸ ਕਰੀਏ।
ਲਾਸਟ 10 seconds ਧੰਨਵਾਦ ਦੇ ਭਾਵ ਨਾਲ ਭਰ ਕੇ ਆਪਣੀ ਚੇਤਨਾ ਨੂੰ, ਆਪਣੀ ਕੌਨਸ਼ੀਅਸਨੈਸ ਨੂੰ, ਆਪਣੀ ਅਵੇਅਰਨੈਸ ਨੂੰ ਆਪਣੇ ਸਰੀਰ ਦੇ ਵੱਲ ਮੋੜੀਏ, ਹੱਥਾਂ ਪੈਰਾਂ ਨੂੰ ਹਿਲਾਈਏ। 10 9 8 7 6 5 4 3 2 1 and 0। ਦੋਨਾਂ ਹੱਥਾਂ ਨੂੰ ਆਪਣੀ ਅੱਖਾਂ ਦੇ ਉੱਤੇ ਰੱਖੀਏ, ਉਸ એનર્ਜੀ ਨੂੰ ਫੀਲ ਕਰੀਏ। 5 4 3 2 1 0। ਮੁਸਕਰਾਉਂਦੇ ਹੋਏ, ਧੰਨਵਾਦ ਦੇ ਭਾਵ 'ਚ, ਡਨ ਦੀ ਫੀਲਿੰਗ ਵਿੱਚ, ਹੱਸਦੇ ਹੋਏ, ਮੁਸਕਰਾਉਂਦੇ ਹੋਏ, ਆਪਣਾ ਸਮੇਂ ਲੈਂਦੇ ਹੋਏ, ਹਥੇਲੀਆਂ ਦੇ ਵਿੱਚ ਹੀ ਧੀਰੇ ਧੀਰੇ ਆਪਣੀ ਅੱਖਾਂ ਨੂੰ ਖੋਲੀਏ ਔਰ ਧਿਆਨ ਤੋਂ ਬਾਹਰ ਆਉਣ ਦਾ ਬਾਹਰ ਆਉਣ ਦੀ ਕੋਸ਼ਿਸ਼ ਕਰੀਏ, ਆਪਣਾ ਟਾਈਮ ਲੈਂਦੇ ਹੋਏ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੇਵਾ ਦਾ ਮੌਕਾ ਦੇ Thank you so much. ਉਸ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਜਿਸਨੇ ਇਸ ਸੇਵਾ ਦਾ ਮੌਕਾ ਦਿੱਤਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਫॉर all for being in my life. Thank you, Masters.